ਹੈਲੋ एवरीवन ਐਂਡ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੰਟੀਨਿਊ ਕਰਦੇ ਹਾਂ ਇੰਡੀਅਨ ਪੋਲਿਟੀ ਦੇ ਐਮਸੀਕਿਊਜ਼ ਨੂੰ, ਜੋ ਕਿ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਜੋ ਕਿ 31 ਮਈ ਨੂੰ ਹੋਣ ਵਾਲਾ ਹੈ, ਉਸ ਦੇ ਰਿਗਾਰਡਿੰਗ ਆਪਾਂ ਸੀਰੀਜ਼ ਕੰਟੀਨਿਊ ਕਰਦੇ ਹਾਂ ਜੋ ਪਹਿਲਾਂ ਆਪਾਂ ਚਲਾਈ ਹੋਈ ਸੀਗੀ। ਸੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਰਿਲੇਟਡ ਟੂ ਪਾਰਲੀਮੈਂਟ, ਦੈਨ ਐਗਜ਼ੀਕਿਊਟਿਵ ਅਦਰ ਐਗਜ਼ੀਕਿਊਟਿਵ ਬਾਡੀ ਸਚ ਐਸ ਅਟਾਰਨੀ ਜਨਰਲ ਹੋ ਗਿਆ, ਤੇ ਪਾਰਲੀਮੈਂਟ ਨਾਲ ਸੰਬੰਧਿਤ ਬਿਲਸ ਹੋ ਗਏ, ਪਾਰਲੀਮੈਂਟਰੀ ਇਮਿਊਨਿਟੀਜ਼ ਹੋ ਗਈਆਂ, ਉਹਨਾਂ ਸਾਰਿਆਂ ਨੂੰ ਆਪਾਂ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ। ਸੋ ਲੈਟਸ ਸਟਾਰਟ ਵਿਦ ਦ ਫਰਸਟ ਕੁਐਸਚਨ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਦ ਅਟਾਰਨੀ ਜਨਰਲ ਆਫ ਇੰਡੀਆ। ਹਾਂਜੀ, ਅਟਾਰਨੀ ਜਨਰਲ ਆਫ ਇੰਡੀਆ ਵੈਰੀ ਇੰਪॉर्टेंट ऑफिसर is appointed by the president. दूजा, he must have the same qualifications as are required for a judge of Supreme Court. Then he must be a member of either house of parliament. ਚੌਥਾ ਹੈ ਹੀ ਕੈਨ ਬੀ ਰਿਮੂਵਡ ਬਾਈ ਇੰਪੀਚਮੈਂਟ ਬਾਈ ਪਾਰਲੀਮੈਂਟ। ਹੁਣ ਜਦੋਂ ਵੀ ਤੁਹਾਨੂੰ ਮਲਟੀਪਲ ਸਟੇਟਮੈਂਟਸ ਆ ਜਾਂਦੀਆਂ ਹੈ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੋਇਆ ਕਿ ਤੁਸੀਂ ਇਲੀਮੀਨੇਸ਼ਨ ਵਾਸਤੇ ਜਾਣਾ ਹੈ, ਆਪਸ਼ਨ ਇਲੀਮੀਨੇਟ ਕਰਦੇ ਆਪਾਂ। ਤਾਂ ਪਹਿਲਾਂ ਸਭ ਤੋਂ ਜ਼ਿਆਦਾ ਪਹਿਲਾਂ ਆਇਡੈਂਟੀਫਾਈ ਕਰੋ ਕਿ ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਸਭ ਤੋਂ ਸਿੰਪਲ ਸਟੇਟਮੈਂਟ ਕਿਹੜੀ ਹੈ ਜਿਹੜੀ ਤੁਸੀਂ ਪਹਿਲੀ ਸੱਟੇ ਹੀ ਇਲੀਮੀਨੇਟ ਕਰ ਸਕਦੇ ਹੋ। ਥਰਡ ਸਟੇਟਮੈਂਟ ਦੇਖੋ ਜ਼ਰਾ, he must be a member of either house of parliament। ਹੁਣ ਪਾਰਲੀਮੈਂਟ ਦੇ ਜਿਹੜੇ ਮੈਂਬਰ ਉਹ ਕੌਣ ਹੋਣਗੇ? ਉਹ ਤਾਂ ਲੈਜਿਸਲੇਚਰ ਦਾ ਪਾਰਟ ਹੋ ਰਿਹਾ, ਐਮਪੀਜ਼ ਹੋਣਗੇ। ਪਰ ਅਟਾਰਨੀ ਜਨਰਲ ਇੱਕ ਆਫਿਸਰ ਹੈ ਜੋ ਕਿ ਐਗਜ਼ੀਕਿਊਟਿਵ ਹੈ, ਉਹ ਤੁਸੀਂ ਦੇਖਦੇ ਹੋ ਕਿ ਉਹ ਲਾਅ ਦੇ ਨਾਲ ਸੰਬੰਧਿਤ ਹੈ, ਉਹਨਾਂ ਦਾ ਪਾਰਲੀਮੈਂਟ ਨਾਲ ਸੰਬੰਧ ਨਹੀਂ ਹੈਗਾ ਕੋਈ। ਤਾਂ ਸਟੇਟਮੈਂਟ 3 ਜਿਹੜੀ ਹੈਗੀ ਹੈ ਆਟੋਮੈਟਿਕਲੀ ਕੀ ਹੋ ਜਾਂਦੀ ਹੈ? ਇਨਕਰੈਕਟ ਹੋ ਜਾਂਦੀ ਹੈ ਸਟੇਟਮੈਂਟ 3। ਜਦੋਂ ਤੁਸੀਂ ਸਟੇਟਮੈਂਟ 3 ਇਨਕਰੈਕਟ ਕੀਤੀ, ਸੋ ਨਾਓ ਯੂ ਆਰ ਰੀਚਿੰਗ ਦ ਰਾਈਟ ਆਂਸਰ। ਪਰ ਆਪਾਂ ਦੇਖਾਂਗੇ ਕਿ ਪਹਿਲੀ ਦੋ ਸਟੇਟਮੈਂਟਸ ਵੀ ਕਿਉਂ ਸਹੀ ਨੇ। ਤਾਂ ਇਹ ਇਨਕਰੈਕਟ ਹੋ ਗਿਆ, ਇਹ ਇਨਕਰੈਕਟ ਹੋ ਗਿਆ ਤੇ ਇਹ ਵੀ ਇਨਕਰੈਕਟ ਹੋ ਗਿਆ। ਹੁਣ ਫੋਰਥ ਦੀ ਗੱਲ ਕਰੀਏ, ਹੀ ਕੈਨ ਬੀ ਰਿਮੂਵਡ ਬਾਈ ਦੀ ਇੰਪੀਚਮੈਂਟ ਬਾਈ ਪਾਰਲੀਮੈਂਟ। ਜਦੋਂ ਇੰਪੀਚਮੈਂਟ ਦੀ ਗੱਲ ਕਰਦੇ ਆ ਆਪਾਂ, ਤਾਂ ਉਰੇ ਆਪਾਂ ਗੱਲ ਕਰਦੇ ਆ ਪ੍ਰੈਜ਼ੀਡੈਂਟ ਦੀ, ਰਾਈਟ। ਪ੍ਰੈਜ਼ੀਡੈਂਟ ਦੇ ਕੇਸ 'ਚ ਆਪਾਂ ਇੰਪੀਚਮੈਂਟ ਦੀ ਗੱਲ ਕਰਦੇ ਆ। ਆਪਾਂ ਬਾਕੀ ਚਾਹੇ ਆਪਾਂ ਮੈਂ ਲੈਟਸ ਸੇ ਮੈਂ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਕਰਾਂ, ਮੈਂ ਹਾਈ ਕੋਰਟ ਦੇ ਜੱਜ ਦੀ ਗੱਲ ਕਰਾਂ, ਤਾਂ ਉੱਥੇ ਵੀ ਵਰਡ ਇੰਪੀਚਮੈਂਟ ਯੂਜ਼ ਨਹੀਂ ਕਰਦੇ, ਆਪਾਂ ਰਿਮੂਵਲ ਦੀ ਗੱਲ ਕਰਦੇ ਹਾਂ। ਸੋ ਫੋਰਥ ਦੇ ਕੇਸ ਵਿੱਚ ਤਾਂ ਇਹ ਬਿਲਕੁਲ ਵੀ ਵੈਲਿਡ ਨਹੀਂ ਹੈਗਾ। ਉਹਦਾ ਰਿਮੂਵਲ ਅਟਾਰਨੀ ਜਨਰਲ ਆਫ ਇੰਡੀਆ ਦਾ ਰਿਮੂਵਲ ਇਟ ਇਜ਼ ਐਟ ਦ ਮਰਸੀ ਆਫ ਦ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਨੂੰ ਲੱਗੂਗਾ ਰਿਮੂਵ ਕਰਨਾ, ਉਹ ਕਰ ਦੇਣਗੇ, ਉਹਦੇ ਵਿੱਚ ਪਾਰਲੀਮੈਂਟ ਦੀ ਰਾਏ ਦੀ ਲੋੜ ਨਹੀਂ ਹੈਗੀ। ਸੈਕੰਡ ਸਟੇਟਮੈਂਟ ਦੀ ਗੱਲ ਕਰੀਏ, ਹੀ ਮਸਟ ਹੈਵ ਦ ਸੇਮ ਕੁਆਲੀਫਿਕੇਸ਼ਨਸ ਐਜ਼ ਆਰ ਰਿਕੁਆਇਰਡ ਬਾय ਫॉर ਅ ਜੱਜ ਆਫ ਸੁਪਰੀਮ ਕੋਰਟ। ਦ ਆਂਸਰ ਇਜ਼ ਯੈਸ, ਯੈਸ। ਇਹ ਆਪਸ਼ਨ ਬਿਲਕੁਲ ਸਹੀ ਹੈ। ਉਹਨਾਂ ਦੀ 10 ਸਾਲਾਂ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ, ਰਾਈਟ। ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਹੋਣੀ ਚਾਹੀਦੀ ਹੈ। ਤਾਂ ਜੋ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਰਿਕੁਆਇਰਮੈਂਟ ਹੁੰਦੀ ਹੈ ਕੁਆਲੀਫਿਕੇਸ਼ਨ ਦੀ, ਸੇਮ ਰਿਕੁਆਇਰਮੈਂਟ ਇਹਨਾਂ ਨੂੰ ਪੂਰੀ ਕਰਨੀ ਪੈਣੀ ਹੈ। ਐਂਡ ਹੀ ਇਜ਼ ਅਪਾਇੰਟਡ ਬਾय ਦ ਪ੍ਰੈਜ਼ੀਡੈਂਟ। ਦਿਸ ਇਜ਼ ਆਲਸੋ ਕਰੈਕਟ। ਸੋ ਆਪਾਂ ਨੂੰ ਪਤਾ ਇਹਦਾ ਸਹੀ ਆਂਸਰ ਕੀ ਹੈ? ਇਹਦਾ ਸਹੀ ਆਂਸਰ ਹੈਗਾ A1 ਐਂਡ 2। ਨੈਕਸਟ ਅਗਲੇ ਕੁਐਸਚਨ ਵੱਲ ਵਧਦੇ ਆਪਾਂ। ਅਟਾਰਨੀ ਜਨਰਲ ਦਾ of India and Solicitor General of India are the only officers of the government who are allowed to participate in the meetings of Parliament of India। ਅਟਾਰਨੀ ਜਨਰਲ ਨੂੰ ਤਾਂ ਅਲਾਉਡ ਹੁੰਦਾ ਹੈ ਜੀ, ਦੋ ਨਾਟ ਅ ਪਾਰਟ ਆਫ ਲੈਜਿਸਲੇਚਰ, ਦੋ ਨਾਟ ਅ ਪਾਰਟ ਆਫ ਪਾਰਲੀਮੈਂਟ, ਪਰ ਇਹ he is allowed to participate in the affairs of the parliament। he can speak on that but vote ਨਹੀਂ ਕਰ ਸਕਦੇ। ਸਿਮਿਲਰਲੀ ਤੁਸੀਂ ਦੇਖੋਗੇ ਸੋਲਿਸਿਟਰ ਜਨਰਲ ਦੀ ਗੱਲ ਕਰੀਏ ਤਾਂ ਸੋਲਿਸਿਟਰ ਜਨਰਲ ਇਜ਼ ਨਾਟ ਅਲਾਉਡ। ਸੋਲਿਸਿਟਰ ਜਨਰਲ ਬਾਰੇ ਸਪੈਸੀਫਿਕਲੀ ਕੋਈ ਉਹਦੇ ਕਨਸਟੀਟਿਊਸ਼ਨ ਵਿੱਚ ਪ੍ਰੋਵੀਜ਼ਨ ਨਹੀਂ ਮਿਲਦਾ। ਅਟਾਰਨੀ ਜਨਰਲ ਕੈਨ ਪਾਰਟਿਸਿਪੇਟ ਇਨ ਦੀ ਮੈਟਰਸ ਆਫ ਪਾਰਲੀਮੈਂਟ, ਪਰ ਵੋਟਿੰਗ ਨਹੀਂ ਕਰ ਸਕਦੇ ਕਿਉਂਕਿ ਇਹ ਪਾਰਲੀਮੈਂਟ ਦਾ ਪਾਰਟ ਨਹੀਂ ਹੈ। ਫਿਰ ਸੈਕੰਡ ਸਟੇਟਮੈਂਟ ਵੱਲ ਆਪਾਂ ਵਧਦੇ ਹਾਂ। ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ, ਅਟਾਰਨੀ ਜਨਰਲ ਆਫ ਇੰਡੀਆ ਸਬਮਿਟਸ ਹਿਸ ਰੈਜ਼ਿਗਨੇਸ਼ਨ when government which appointed him resigns। ਅਗੇਨ ਇਹ ਵੀ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਵੀ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੀ ਗੱਲ ਹੁੰਦੀ ਹੈ, ਯਾਦ ਕਰੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਵੀ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੀ ਗੱਲ ਹੁੰਦੀ ਹੈ, ਜਨਰਲੀ ਤੁਸੀਂ ਦੇਖਦੇ ਹੋ ਕਿ ਉਹ ਸਟੇਟਮੈਂਟ ਇਨਕਰੈਕਟ ਹੁੰਦੀ ਹੈ। ਪਰ ਲੌਜੀਕਲੀ ਵੀ ਦੇਖੋ ਤੁਸੀਂ ਕਿ ਕਹਿੰਦਾ ਕਿ ਅਕੋਰਡਿੰਗ ਟੂ ਕਨਸਟੀਟਿਊਸ਼ਨ ਜਦੋਂ ਵੀ ਸਮੌਕੇ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਰਿਜ਼ਾਈਨ ਕਰਦੀ ਹੈ ਤਾਂ ਉਹਨੂੰ ਵੀ ਨਾਲ ਦੀ ਨਾਲ ਰਿਜ਼ਾਈਨ ਕਰਨਾ ਪੈਂਦਾ। ਐਸਾ ਕੁਝ ਵੀ ਨਹੀਂ ਹੈ। ਤੁਸੀਂ ਦੇਖਦੇ ਹੋ ਕਿ ਉਰੇ ਤਾਂ ਰਿਮੂਵਲ ਕਿਹਦਾ ਹੈ? ਰਿਮੂਵਲ ਡਿਪੈਂਡੈਂਟ ਹੈ ਔਨ ਦ ਵਿਲ ਆਫ ਦ ਪ੍ਰੈਜ਼ੀਡੈਂਟ।
ਇਹੀ ਕਨਸਟੀਟਿਊਸ਼ਨ ਕਹਿ ਰਿਹਾ ਹੈ। ਤਾਂ ਸੈਕੰਡ ਸਟੇਟਮੈਂਟ ਇਜ਼ ਆਲਸੋ ਇਨਕਰੈਕਟ, ਸੋ ਇਨ ਦਿਸ ਕੇਸ ਨੀਦਰ 1 not 2 happens to be the right answer। ਨੈਕਸਟ ਚਲਦੇ ਹਾਂ ਜੀ, ਆਪਾਂ ਅਗਲੇ ਸਵਾਲ ਵੱਲ ਵਧਦੇ ਹਾਂ। ਅਟਾਰਨੀ ਜਨਰਲ ਨਾਲ ਸੰਬੰਧਿਤ ਹੈ ਜੀ। he can take part in the proceedings of Lok Sabha, he can be a member of committee of Lok Sabha, then he can speak in Lok Sabha and he can vote in Lok Sabha। हाँ जी, vote in Lok Sabha ਹੁਣੇ ਮੈਂ ਤੁਹਾਨੂੰ ਕਲੀਅਰ ਕੀਤਾ ਕਿ ਇਹ ਤਾਂ ਪੋਸੀਬਲ ਨਹੀਂ ਹੋ ਸਕਦਾ, then fourth statement ਆਪਣੇ ਆਪ ਹੋਗੀ ਇਨਕਰੈਕਟ। ਕੀ ਇਹ ਲੋਕ ਸਭਾ ਵਿੱਚ ਬੋਲ ਸਕਦਾ ਹੈ? The answer is yes। ਕੀ ਇਹ can he take part in the proceedings of Lok Sabha? The answer is again yes। So then can be a member of committee of Lok Sabha? The answer is again yes। So we have 1 2 and 3। तो मैं पहला दस्या कि ਇਹ ਵੋਟ ਨਹੀਂ ਕਰ ਸਕਦੇ ਬਸ, yes he can participate in the affairs of parliament। So ਉਰੇ 1 2 3 happens to be the right answer। नेक्स्ट है जी, ऑडिटर जनरल ਨਾਲ ਸੰਬੰਧਿਤ क्वेश्चन है। सीएजी ਦੀ ਗੱਲ ਹੋ ਰਹੀ ਹੈ ਉਰੇ। अंडर which article of Indian constitution is comptroller and auditor general of India appointed? ਵੀਡੀਓ ਨੂੰ ਪੌਜ਼ ਕਰੋ ਤੇ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਇੰਪੋਰਟੈਂਟ ਆਰਟੀਕਲ ਹੈ, ਡਾਇਰੈਕਟਲੀ ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਆਰਟੀਕਲ ਕਿਹੜਾ ਹੈ ਜਿਹਦੇ ਨਾਲ ਸੀਏਜੀ ਦੀ ਅਪਾਇੰਟਮੈਂਟ ਜੁੜੀ ਹੋਈ ਹੈ। ਆਰਟੀਕਲ 148 is the right answer। नेक्स्ट चलते हैं जी ਆਪਾਂ अगले क्वेश्चन पर। CAG submits its reports relating to the account of union to whom? CJI, PM या वाइस प्रेसिडेंट? ਕਹਿੰਦੇ CAG ਕਿਹਨੂੰ ਆਪਣੀ ਰਿਪੋਰਟ ਸਬਮਿਟ ਕਰਦਾ ਹੈ? CAG ਜਿਹੜੀ ਰਿਪੋਰਟ ਹੈਗੀ ਹੈ ਉਹ ਸਬਮਿਟ ਕਰਦਾ ਟੂ ਦਾ ਪ੍ਰੈਜ਼ੀਡੈਂਟ। ਸੋ A is incorrect, B is incorrect, C is incorrect, D ਜਿਹੜਾ ਹੈਗਾ ਉਰੇ ਸਹੀ ਆਨਸਰ ਮੰਨਿਆ ਜਾਊਗਾ, ਪ੍ਰੈਜ਼ੀਡੈਂਟ ਇਜ਼ ਦੀ ਆਨਸਰ। नेक्स्ट, where are the salary and service conditions of CAG of India specified? Salaries, emoluments ਹੋ ਗਿਆ, working conditions ਹੋ ਗਿਆ, ਕਹਿੰਦੇ ਕਿਹੜੇ schedule ਵਿੱਚ ਉਹ ਮੌਜੂਦ ਨੇ? ਫਸਟ schedule, second, third ਜਾਂ ਫਿਰ fourth? ਹੁਣ ਇਹਨਾਂ ਤੇ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ, ਤਾਂ ਮੈਂ ਚਾਹਨਾ ਕਿ ਤੁਸੀਂ ਇੱਕ ਵਾਰ ਵੀਡੀਓ ਨੂੰ ਪੌਜ਼ ਕਰੋ ਤੇ ਫਿਰ ਦੇਖੋ ਕਿ ਕਿਹੜੇ ਸਕੇਡਿਊਲ ਦੀ ਉਰੇ ਗੱਲ ਹੋ ਰਹੀ ਹੈ। ਉਰੇ ਗੱਲ ਹੋ ਰਹੀ ਹੈ ਸੈਲਰੀਜ਼ ਤੇ ਸਰਵਿਸ ਕੰਡੀਸ਼ਨਸ ਦੀ ਗੱਲ ਹੋ ਰਹੀ ਹੈ। ਕਹਿੰਦੇ ਸੀਏਜੀ ਦੀ ਕਿਹੜੇ ਸਕੇਡਿਊਲ 'ਚ ਮੈਂਸ਼ਨ ਹੈਗੀ? The right answer in this case is second schedule। fourth schedule ਦੇ ਵਿੱਚ ਤਾਂ ਰਾਜ ਸਭਾ ਦੇ ਵਿੱਚ ਜਿਹੜੀ ਸੀਟਸ ਨੇ ਸਟੇਟਸ ਦੀ ਜਾਂ ਯੂਟੀਜ਼ ਦੀ, ਉਹਨਾਂ ਦੀ ਗੱਲ ਹੋਣੀ ਹੈ। ਤੇ ਫਿਰ ਆਪਾਂ ਸੀ ਦੀ ਗੱਲ ਕਰੀਏ ਥਰਡ ਸਕੇਡਿਊਲ ਦੀ, ਉਰੇ ਓਸ ਦੀ ਗੱਲ ਹੋਣੀ ਹੈ। ਤਾਂ ਬੀ ਜਿਹੜਾ ਹੈਗਾ ਇਟ ਫਿਟਸ ਵਿਦ ਦੀ ਸੈਲਰੀ ਐਂਡ ਸਰਵਿਸ ਕੰਡੀਸ਼ਨਸ ਵਾਲਾ ਕਲੌਜ਼। ਸੋ ਬੀ ਇਜ਼ ਦੀ ਰਾਈਟ ਆਂਸਰ। नेक्स्ट आ गया जी, assertion reason टाइप क्वेश्चन है। The duty of comptroller and auditor general is not merely to ensure the legality of expenditure but also its propriety। ਇਹ assertion ਹੈ, ਇਹ ਪੰਜਾਬੀ ਚ ਕੀ ਦਾ ਟ੍ਰਾਂਸਲੇਸ਼ਨ ਬਣਦੀ ਮੈਂ ਦੱਸ ਦਿੰਦਾ। ਕਹਿੰਦੇ ਸੀਏਜੀ ਜਿਹੜੀ ਡਿਊਟੀ ਹੈਗੀ ਹੈ ਉਹ ਸਿਰਫ ਇੰਨਾ ਨਹੀਂ ਹੈਗੀ ਕਿ ਜਿਹੜਾ ਖਰਚਾ ਸਰਕਾਰ ਨੇ ਕੀਤਾ ਹੈ ਕਿ ਉਹ ਲੀਗਲੀ ਸੈਂਕਸ਼ਨਡ ਸੀਗਾ ਪਾਰਲੀਮੈਂਟ ਵੱਲੋਂ ਜਾਂ ਨਹੀਂ ਸੀਗਾ। ਇਸ ਤੋਂ ਬਿਯੋਂਡ ਜਾਂਦੀ ਹੈ ਸੀਏਜੀ ਦੀ ਡਿਊਟੀ। ਸੀਏਜੀ ਦੀ ਡਿਊਟੀ ਇਹ ਵੀ ਹੈ ਕਿ ਭਾਈ ਉਹਨੂੰ ਕਿੰਨਾ ਐਫੀਸ਼ੀਐਂਟਲੀ ਉਹਨਾਂ ਨੇ ਯੂਜ਼ ਕੀਤਾ, ਕਿੰਨਾ ਨਹੀਂ ਕੀਤਾ, ਕਿੰਨਾ ਇਕਨੋਮਿਸ ਆਫ ਸਕੇਲ ਲਗਾਇਆ, ਕਿੰਨਾ ਐਫੀਸ਼ੀਐਂਸੀ ਉਹਦੇ ਵਿੱਚ ਯੂਜ਼ ਕੀਤੀ, ਤਾਂ ਕਿ ਸਰਕਾਰ ਦਾ ਬੇਸਿਕਲੀ ਖਰਚਾ ਜਿਹੜਾ ਹੈਗਾ ਕਿਸੇ ਵੀ ਸਕੀਮ ਦੇ ਉੱਤੇ ਉਹ ਘੱਟ ਤੋਂ ਘੱਟ ਹੋਵੇ, ਰੈਸ਼ਨਲਾਈਜ਼ ਹੋਵੇ, ਉਹਦਾ ਆਊਟਕਮ ਵਧੀਆ ਹੋਵੇ। ਇਹ ਸਾਰੀਆਂ ਗੱਲਾਂ ਪ੍ਰੋਪਰਾਈਟੀ ਦਾ ਪਾਰਟ ਬਣਦੀਆਂ। ਤਾਂ ਇਹ ਸਟੇਟਮੈਂਟ ਕਹਿੰਦੀ ਹੈ ਕਿ ਵੀ ਸੀਏਜੀ ਦਾ ਰੋਲ ਜਿਹੜਾ ਹੈਗਾ, ਡਿਊਟੀ ਜਿਹੜੀ ਹੈਗੀ ਹੈ, ਇਟ ਇਜ਼ ਗੋਇੰਗ ਬਿਯੋਂਡ ਦ ਲੀਗਲ ਐਸਪੈਕਟ ਆਫ ਐਕਸਪੈਂਡੀਚਰ ਐਂਡ ਇਟ ਆਲਸੋ ਟੱਚਿੰਗ ਔਨ ਦ ਪ੍ਰੋਪਰਾਈਟੀ ਪਾਰਟ ਆਫ ਇਟ। ਤੁਸੀਂ ਦੇਖਦੇ ਹੋ ਕਿ ਸੀਏਜੀ ਦੀ 2013 ਵਿੱਚ ਰਿਪੋਰਟ ਆਈ ਸੀਗੀਆਂ ਜਿਹਦੇ ਵਿੱਚ ਗੱਲ ਹੋਈ ਸੀਗੀ ਕਿ ਦੇयर इज अ ਪ੍ਰੈਜ਼ੰਪਟਿਵ ਲਾਸ ਪ੍ਰੀਜ਼ਿਊਮ ਕੀਤਾ ਗਿਆ ਸੀਗਾ ਕਿ ਕੋਲ ਦੇ ਕੇਸ, ਕੋਲ ਐਲੋਕੇਸ਼ਨ ਦੇ ਕੇਸ ਲਾਸ ਦੀ ਗੱਲ ਹੋਈ ਸੀਗੀ। ਫਿਰ 2G ਸਪੈਕਟਰਮ ਦੇ ਕੇਸ 'ਚ ਪ੍ਰੈਜ਼ੰਪਟਿਵ ਲਾਸ ਦੀ ਗੱਲ ਹੋਈ ਸੀ। ਤਾਂ ਉਹ ਕਿੱਥੋਂ ਆਇਆ ਸੀਗਾ? ਉਹ ਪ੍ਰੋਪਰਾਈਟਰੀ ਵਾਲੇ ਪਾਰਟ ਤੋਂ ਹੀ ਆਇਆ ਸੀਗਾ। ਹੁਣ ਵੀ ਤੁਸੀਂ ਦੇਖਦੇ ਹੋ ਸੀਏਜੀ ਟਾਈਮ ਐਂਡ ਅਗੇਨ ਅਲੱਗ-ਅਲੱਗ ਡਿਪਾਰਟਮੈਂਟਸ ਦੇ ਆਪਣਾ ਬੈਲੈਂਸ ਸ਼ੀਟਸ ਨੂੰ ਆਡਿਟ ਕਰਦਾ ਰਹਿੰਦਾ ਹੈ ਤੇ ਉਹਦੇ ਵਿੱਚ ਉਹ ਦੇਖਦੇ ਆ ਕਿ ਹਾਂ
ਕੋਈ ਸਟੈਪ ਇਹਨਾਂ ਨੇ ਵਧੀਆ ਲਿੱਤਾ, ਕੋਈ ਖਰਾਬ ਲਿੱਤਾ। ਜੇ ਖਰਾਬ ਲਿੱਤਾ ਤਾਂ ਦੱਸਦੇ ਆ ਕਿ ਇਹਦੇ ਨਾਲ ਇੰਨਾ ਨੁਕਸਾਨ ਐਕਸਚੇਕਰ ਨੂੰ ਹੋਇਆ ਹੀ ਹੋਇਆ। ਸੋ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਹੀ ਹੈਜ਼ ਟੂ ਅਪਹੋਲਡ ਦ constitution and the laws of parliament in the field of financial administration। ਤੇ ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਉਰੇ ਤਾਂ ਉਹਨੇ ਕਨਸਟੀਟਿਊਸ਼ਨ ਨੇ ਪਾਵਰਸ ਤੇ ਫੰਕਸ਼ਨ ਡਿਵੋਲਵ ਕੀਤੇ ਹੋਏ। ਤੇ ਸੀਏਜੀ ਇੱਕ ਇੰਪੋਰਟੈਂਟ ਵਨ ਆਫ ਦਾ ਮੋਸਟ ਇੰਪੋਰਟੈਂਟ ਆਫਿਸਰ ਬਣ ਕੇ ਆਉਂਦਾ ਹੈ ਐਸ ਪਰ ਦ ਕਨਸਟੀਟਿਊਸ਼ਨ। ਹੁਣ ਇਹਨਾਂ ਦਾ ਕੰਮ ਕੀ ਹੈ ਕਿ ਜੇ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਹੈਗੀ ਹੈ ਉਹਨੂੰ ਅਪਹੋਲਡ ਕਰਨਾ ਹੈ। ਤਾਂ ਉਹਦੇ ਲਈ ਜੋ ਵੀ ਇਹਨਾਂ ਕੋਲ ਪਾਵਰਸ ਹੈਗੀਆਂ ਉਹਨਾਂ ਨੂੰ ਯੂਜ਼ ਕਰਦੇ ਆ। ਤਾਂ ਅਜ਼ਰਸ਼ਨ ਦੇ ਰੀਜ਼ਨ ਨੂੰ ਮੈਂ ਦੇਖਾਂ ਜੇ ਉਰੇ ਅਜ਼ਰਸ਼ਨ ਵੀ ਸਹੀ ਹੈ, ਰੀਜ਼ਨ ਵੀ ਸਹੀ ਹੈ। ਤਾਂ ਅੱਗੇ ਆਪਾਂ ਦੇਖੀਏ ਕਿ ਕਿਆ ਆਰ ਜਿਹੜਾ ਹੈਗਾ ਰੀਜ਼ਨ ਉਹ ਅਜ਼ਰਸ਼ਨ ਐਕਸਪਲੇਨ ਕਰਦਾ ਜਾਂ ਨਹੀਂ ਕਰਦਾ। ਦੇਖੋ ਮੇਰੇ ਹਿਸਾਬ ਨਾਲ ਰੀਜ਼ਨ ਜਿਹੜਾ ਹੈਗਾ ਇਟ ਇਜ਼ ਪਰਫੈਕਟਲੀ ਐਕਸਪਲੇਨਿੰਗ ਦੀ ਅਜ਼ਰਸ਼ਨ ਪਾਰਟ। ਰੀਜ਼ਨ ਕੀ ਹੈ ਕਿ ਉਹਦਾ ਰੋਲ ਹੈ, ਉਹਨੇ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਨੂੰ ਅਪਹੋਲਡ ਕਰਨਾ ਹੈ ਕਨਸਟੀਟਿਊਸ਼ਨ ਦੇ ਮੁਤਾਬਿਕ। ਜੋ ਵੀ ਉਹਨੂੰ ਰੋਲਸ ਮਿਲਿਆ ਉਹਨੂੰ ਪੂਰਾ ਕਰਨਾ ਹੀ ਕਰਨਾ ਹੈ ਵਿਜ਼ਬੀ ਖਾਸ ਕਰ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ। ਤਾਂ ਉਹਦੇ ਵਿੱਚ ਤੁਸੀਂ ਦੇਖੋ ਤਾਂ ਐਜ਼ਰਸ਼ਨ ਦਾ ਲੀਗਲ ਪਾਰਟ ਵੀ ਆਊਗਾ ਤੇ ਪ੍ਰੋਪਰਾਈਟੀ ਵਾਲਾ ਪਾਰਟ ਵੀ ਆਉਣ ਵਾਲਾ ਹੈ। ਤਾਂ ਬੀ ਹੈਪਨਸ ਟੂ ਬੀ ਦੀ ਰਾਈਟ ਆਂਸਰ। आगे बढ़ते हैं जी। विच वन ऑफ द फॉलोइंग ड्यूटीज इज नॉट परफॉर्म्ड बाय द सीएजी ऑफ इंडिया। पहला है टू ऑडिट एंड रिपोर्ट ऑन ऑल एक्सपेंडिचर फ्रॉम कंसोलिडेटेड फंड ऑफ इंडिया। फिर टू ऑडिट एंड रिपोर्ट ऑन ऑल एक्सपेंडिचर फ्रॉम द कंटिजेंसी फंड एंड पब्लिक अकाउंट्स। थर्ड है जी टू ऑडिट एंड रिपोर्ट ऑन ऑल ट्रेडिंग मैन्युफैक्चरिंग प्रॉफिट एंड लॉस अकाउंट्स। डी हैगा जी to control the receipt and issue of public money and to ensure that public revenue is lodged in the exchequer। ਹੁਣ ਜੇ ਮੈਂ ਸਿੰਪਲ ਤੁਹਾਨੂੰ ਪੁੱਛਾਂ ਕਿ ਇਸ ਕੁਐਸਚਨ ਨੂੰ ਆਨਸਰ ਕਰਨ ਦਾ ਕੀ ਅਪਰੋਚ ਹੋ ਸਕਦੀ ਹੈ ਤਾਂ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਤੁਸੀਂ ਸੀਏਜੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਿਆ। ਮੰਨ ਲਓ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਨਹੀਂ ਪੜ੍ਹਿਆ, ਤੁਹਾਨੂੰ ਇੱਕ ਬੇਸਿਕ ਆਈਡੀਆ ਹੈਗਾ। ਜੇ ਬੇਸਿਕ ਆਈਡੀਆ ਹੈਗਾ ਤਾਂ ਤੁਸੀਂ ਔਡ ਵਨ ਆਊਟ ਇਸ ਅਪਰੋਚ ਨੂੰ ਫੋਲੋ ਕਰੋ। ਔਡ ਵਨ ਆਊਟ ਅਪਰੋਚ ਨੂੰ ਫੋਲੋ ਕਰੋ। ਇਹ ਅਪਰੋਚ ਕੀ ਕਹਿੰਦੀ ਹੈ? ਇਹ ਕਹਿੰਦੀ ਹੈ ਕਿ ਜਿਹੜੀ 4 ਸਟੇਟਮੈਂਟਸ ਤੁਹਾਡੇ ਕੋਲ ਆਈਆਂ ਉਹਨਾਂ ਵਿੱਚ ਤੁਸੀਂ ਆਇਡੈਂਟੀਫਾਈ ਕਰੋ ਕਿ ਕਿਹੜੀ ਬਾਕੀ ਤਿੰਨਾਂ ਨਾਲ ਕੰਪੈਟੀਬਲ ਨਹੀਂ ਹੋ ਰਹੀ। ਪਹਿਲਾ ਆਪਸ਼ਨ ਦੇਖੋ ਆਡਿਟ ਤੇ ਰਿਪੋਰਟ ਦੀ ਗੱਲ ਕਰ ਰਿਹਾ, ਦੂਜਾ ਆਪਸ਼ਨ ਆਡਿਟ ਤੇ ਰਿਪੋਰਟ ਦੀ ਗੱਲ ਕਰ ਰਿਹਾ, ਤੀਜਾ ਆਪਸ਼ਨ ਵੀ ਆਡਿਟ ਤੇ ਰਿਪੋਰਟ ਦੀ ਗੱਲ ਕਰ ਰਿਹਾ। ਹਾਲਾਂਕਿ ਪਹਿਲਾ ਕੰਸੋਲੀਡੇਟਡ ਫੰਡ ਆਫ ਇੰਡੀਆ ਦੀ ਗੱਲ ਕਰ ਰਿਹਾ, ਦੂਜਾ ਕੰਟੀਨਜੈਂਸੀ ਤੇ ਪਬਲਿਕ ਅਕਾਊਂਟ ਦੀ ਗੱਲ ਕਰਦਾ, ਤੀਜਾ ਨੋਰਮਲ ਡਿਪਾਰਟਮੈਂਟ ਦੀ ਟ੍ਰੇਡਿੰਗ ਹੋ ਗਿਆ, ਮੈਨੂਫੈਕਚਰਿੰਗ ਹੋ ਗਿਆ, ਉਹਨਾਂ ਨੂੰ ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਨੁਕਸਾਨ ਹੋਇਆ ਉਹਦੀ ਗੱਲ ਕਰਦਾ। ਡੀ ਜਿਹੜਾ ਹੈਗਾ ਉਹ ਕਹਿੰਦਾ ਕੰਟਰੋਲ ਦ ਰਿਸੀਟ ਐਂਡ ਇਸ਼ੂ ਆਫ ਪਬਲਿਕ ਮਨੀ। ਉਰੇ ਤੁਸੀਂ ਮਨੀ ਕੰਟਰੋਲ ਕਰਨ ਦੀ ਗੱਲ ਕਰ ਰਹੇ ਹੋ ਜੋ ਕਿ ਸੀਏਜੀ ਦੇ ਅਧਿਕਾਰ ਖੇਤਰ ਤੋਂ ਬਾਹਰ ਪੈਂਦੀ ਹੈ। ਇੰਡੀਆ ਦੇ ਵਿੱਚ ਆਪਾਂ ਅਕਸਰ ਕਹਿੰਦੇ ਆ ਕਿ ਕੰਟਰੋਲਰ ਐਂਡ ਆਡੀਟਰ ਜਨਰਲ ਤਾਂ ਕਹਿੰਦੇ ਆ ਆਪਾਂ, ਪਰ ਕੰਟਰੋਲਰ ਵਾਲਾ ਪਾਰਟ ਉਹਦਾ ਲਾਗੂ ਨਹੀਂ ਹੁੰਦਾ। ਆਡੀਟਰ ਜਨਰਲ ਹੀ ਹੈ ਉਹ, ਕਿਉਂਕਿ ਉਹਦੇ ਕੋਲ ਮਨੀ ਨੂੰ ਜਾਂ ਪਬਲਿਕ ਮਨੀ ਨੂੰ ਰੋਕਣ ਦੀ ਪਾਵਰ ਨਹੀਂ ਹੈਗੀ, ਜੋ ਕਿ ਬ੍ਰਿਟੇਨ ਦੇ ਕੇਸ ਵਿੱਚ ਹੋ ਜਾਂਦੀ ਹੈ। ਜਦ ਤੱਕ ਸੀਏਜੀ ਆਪਣੀ ਨੋਟ ਨਹੀਂ ਦਊਗਾ ਬ੍ਰਿਟੇਨ ਦੀ ਮਿਨਿਸਟਰੀਜ਼ ਦੇ ਪੈਸੇ ਰੁਕੇ ਰਹਿ ਜਾਂਦੇ ਆ। ਇੰਡੀਆ ਦੇ ਕੇਸ ਇਹੋ ਜੀ ਕੋਈ ਪਾਵਰ ਉੱਥੇ ਸੀਏਜੀ ਕੋਲ ਨਹੀਂ ਹੈਗੀ। ਡੀ ਜਿਹੜਾ ਹੈਗਾ ਡੀ ਹੈਪਨਸ ਟੂ ਬੀ ਦ ਇਨਕਰੈਕਟ ਆਪਸ਼ਨ। ਆਹੀ ਇਹਨਾਂ ਨੇ ਪੁੱਛਿਆ ਸੀਗਾ। ਸੋ ਡੀ ਇਜ਼ ਦੀ ਰਾਈਟ ਆਂਸਰ ਇਨ ਦਿਸ ਕੇਸ। ਨੈਕਸਟ, who amongst the following attends the meetings of the public account committee of the parliament। parliament ਦੇ ਕੇਸ ਇੰਪੋਰਟੈਂਟ ਨੇ ਜੀ ਕਮਿਟੀਜ਼। ਡਿਪਾਰਟਮੈਂਟਲ ਸਟੈਂਡਿੰਗ ਕਮਿਟੀਜ਼ ਇੰਪੋਰਟੈਂਟ ਨੇ। ਫਿਰ ਆਪਾਂ ਗੱਲ ਕਰੀਏ ਫਾਈਨੈਂਸ਼ੀਅਲ ਕਮਿਟੀਜ਼ ਇੰਪੋਰਟੈਂਟ ਨੇ। ਹੁਣ ਫਾਈਨੈਂਸ਼ੀਅਲ ਕਮਿਟੀਜ਼ ਦੇ ਵਿੱਚ ਵੀ ਇੱਕ ਕਮੇਟੀ ਜੋ ਕਦੇ ਵੀ ਤੁਸੀਂ ਮਿਸ ਆਊਟ ਨਹੀਂ ਕਰ ਸਕਦੇ, ਚਾਹੇ ਆਪ ਕੋਈ ਵੀ ਐਗਜ਼ਾਮ ਦੇ ਰਹੇ ਹੋ ਤੁਸੀਂ, ਉਹ ਹੈਗੀ ਹੈ ਪਬਲਿਕ ਅਕਾਊਂਟ ਕਮੇਟੀ। ਹੁਣ ਪਬਲਿਕ ਅਕਾਊਂਟ ਕਮੇਟੀ ਦੀ ਗੱਲ ਕਰੀਏ ਤਾਂ ਉਰੇ ਸੀਏਜੀ ਦਾ ਜਿਹੜਾ ਰੋਲ ਹੈ ਉਹ ਬੜਾ ਮਹੱਤਵਪੂਰਨ ਹੋ ਜਾਂਦਾ ਹੈ। ਸੀਏਜੀ ਉਰੇ ਫਰੈਂਡ ਤੇ ਫਿਲਾਸਫਰ ਦੇ ਤੌਰ ਤੇ ਮੌਜੂਦ ਹੁੰਦਾ ਪਬਲਿਕ ਅਕਾਊਂਟ ਕਮੇਟੀ ਦੇ ਕੇਸ 'ਚ। ਤਾਂ ਪਬਲਿਕ ਅਕਾਊਂਟ ਕਮੇਟੀ ਨੂੰ ਗਾਈਡ ਵੀ ਕਰਦਾ ਹੈ ਤੇ ਦੂਜਾ ਪਬਲਿਕ ਅਕਾਊਂਟ ਕਮੇਟੀ ਜੇ ਕਹੇ ਕਿ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਚਾਹੀਦੀ ਹੈ ਜਾਂ ਡਿਟੇਲਡ ਆਡਿਟ ਚਾਹੀਦਾ ਤਾਂ ਸੀਏਜੀ ਉਹ ਵੀ ਪ੍ਰੋਵਾਈਡ ਕਰਕੇ ਦੇਣ ਵਾਲਾ।
So, who amongst the following attends the meetings of Public Account Committee of the Parliament? The answer is C, A, G. C happens to be the right answer. Next है जी मैच लिस्ट विद लिस्ट टू ਹੁਣ ਇਹਦੇ ਵਿੱਚ ਲਿਸਟ ਨਹੀਂ ਬਣਾਈ ਗਈ ਕੋਈ ਗੱਲ ਨਹੀਂ ਮੈਂ ਬਣਾ ਦਿੰਦਾ ਤੁਹਾਡੇ ਵਾਸਤੇ वाइस प्रेसिडेंट देन CAG देन सोलिसिटर जनरल ऑफ इंडिया देन अटॉर्नी जनरल ऑफ इंडिया ਇਹਨੂੰ ਆਪਾਂ ਮੈਚ ਕਰਨਾ ਹੈ ਕੋਰਸਪੋਂਡਿੰਗ ਰਾਈਟ ਹੈਂਡ ਸਾਈਡ ਤੇ ਕੀ ਦਿੱਤਾ ਗਿਆ ਹੈ ਪਬਲਿਕ ਅਕਾਊਂਟ ਕਮੇਟੀ ਫਿਰ मीटिंग्स ऑफ लोक सभा फिर राज्यसभा फिर सुप्रीम कोर्ट ਤੇ ਫਿਰ ਇੱਕ ਹੋਰ ਐਡ ਹੋਇਆ ਉਰੇ ਪੰਜਵੇਂ ਨੰਬਰ ਤੇ that is ਕਮੇਟੀ ਔਨ ਪਬਲਿਕ ਅੰਡਰਟੇਕਿੰਗ ਠੀਕ ਹੈ ਜੀ ਹੁਣ ਇਹਨੂੰ ਕਰੈਕਟਲੀ ਮੈਚ ਕਰਨ ਦੀ ਗੱਲ ਹੋ ਰਹੀ ਹੈ ਹੁਣ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਵਾਈਸ ਪ੍ਰੈਜ਼ੀਡੈਂਟ ਨੂੰ ਆਪਾਂ ਡਾਇਰੈਕਟਲੀ ਕਿਹਦੇ ਨਾਲ ਮੈਚ ਕਰ ਸਕਦੇ ਹਾਂ ਆਪਾਂ ਗੱਲ ਕਰ ਸਕਦੇ ਹਾਂ ਜੀ ਰਾਜ ਸਭਾ ਨਾਲ राज्य सभा ना क्यों क्योंकि राज्य सभा ਦੇ ਕੀ ਹੋਣਗੇ ਉਹ ਚੇਅਰਪਰਸਨ ਹੋਣਗੇ ਤਾਂ ਇਹ ਦਾ ਜਿਹੜਾ ਮੈਚ ਹੁੰਦਾ ਹੈ ਉਹ ਕਿਹਦੇ ਨਾਲ ਹੋ ਰਿਹਾ ਹੈ ਉਹ ਹੋ ਰਿਹਾ ਹੈ 3 ਨਾਲ ਚਲੋ ਆਪਣੇ ਲਈ ਈਜ਼ੀ ਹੋ ਗਿਆ ਕਿ ਆਟੋਮੈਟਿਕਲੀ ਆਪਸ਼ਨ ਆਪਾਂ ਨੂੰ ਸਹੀ ਦਿਖ ਰਿਹਾ ਹੋਰੇ ਪਰ ਕੋਈ ਨਹੀਂ ਆਪਾਂ ਬਾਕੀ ਆਪਸ਼ਨਸ ਨੂੰ ਵੀ ਕੇਟਰ ਕਰਦੇ ਹਾਂ ਤਾਂ ਇਹ ਜਿਹੜਾ ਹੈਗਾ ਇਹ ਦਾ ਹੋ ਗਿਆ 3 ਨਾਲ ਮੈਚ ਦੈਨ ਹੁਣ ਅੱਗੇ ਆਪਾਂ ਵਧਦੇ ਹਾਂ ਸੀਏਜੀ ਦੀ ਗੱਲ ਕਰੀਏ ਹਾਂਜੀ ਸੀਏਜੀ ਕਿਹੜੀ ਇੰਸਟੀਟਿਊਸ਼ਨ ਨਾਲ ਜੁੜ ਸਕਦਾ ਹੈ ਪਬਲਿਕ ਅਕਾਊਂਟਸ कमेटी ਨਾਲ ਤਾਂ B ਦਾ ਹੋ ਗਿਆ 1 C ਦੀ ਗੱਲ ਕਰੀਏ ਸੋਲਿਸਿਟਰ ਜਨਰਲ ਆਫ ਇੰਡੀਆ ਜੋ ਕਿ ਸੋਲਿਸਿਟਰ ਜਨਰਲ ਆਫ ਇੰਡੀਆ ਦੀ ਗੱਲ ਕਰੀਏ ਤਾਂ ਅਟਾਰਨੀ ਜਨਰਲ ਆਫ ਇੰਡੀਆ ਜਿਹੜੇ ਹੁੰਦੇ ਆ ਉਹਨਾਂ ਦੀ ਇੱਕ ਹੈਲਪਿੰਗ ਆਫੀਸਰ ਦੇ ਤੌਰ ਤੇ ਉਹ ਐਕਟ ਕਰਦੇ ਆ ਤਾਂ ਸੋਲਿਸਿਟਰ ਜਨਰਲ ਆਫ ਇੰਡੀਆ ਨੂੰ ਮੈਂ ਉਰੇ ਸੁਪਰੀਮ ਕੋਰਟ ਨਾਲ ਲਿੰਕ ਕਰ ਸਕਦਾ ਤਾਂ C ਦਾ ਆਪਸ਼ਨ ਜਿਹੜਾ ਹੋ ਗਿਆ ਉਹ ਹੋ ਗਿਆ then comes the attorney general of india attorney general of india ਪਹਿਲਾਂ ਵੀ ਆਪਾਂ ਕਵਰ ਕਰਕੇ ਆਏ ਸੀਗੇ ਕਿ he can attend the meetings of ਲੋਕ ਸਭਾ ਤਾਂ D ਦਾ ਕੀ ਹੋ ਗਿਆ ਜੀ D ਦਾ ਹੋ ਗਿਆ 2 so in this case A happens to be the right answer ਅੱਗੇ ਵਧਦੇ ਹਾਂ ਇਸ ਤੋਂ ਬਾਅਦ ਹਾਂਜੀ consider the following functionaries ਤੇ ਇਹ ਕੁਐਸਚਨ ਹੈਗਾ ਰਿਗਾਰਡਿੰਗ ਦੀ ਆਰਡਰ ਆਫ ਪ੍ਰੈਸੀਡੈਂਸ ਕਿਹੜੇ ਆਰਡਰ ਦੇ ਵਿੱਚ ਜਦੋਂ ਆਪਾਂ ਸੈਰੀਮੋਨੀਅਲ ਫੰਕਸ਼ਨਸ ਦੀ ਗੱਲ ਕਰਦੇ ਹਾਂ ਤਾਂ ਕਿਹੜੇ ਆਰਡਰ ਦੇ ਵਿੱਚ ਹਾਇਰਾਰਕੀਕਲੀ ਸਪੀਕਿੰਗ ਕਿਹੜੇ ਆਰਡਰ ਦੇ ਵਿੱਚ ਕਿਸ ਡਿਗਨਿਟਰੀ ਨੂੰ ਕਿੱਥੇ ਪੋਜੀਸ਼ਨ ਕੀਤਾ ਜਾਂਦਾ ਹੈ ਆਰਡਰ ਆਫ ਪ੍ਰੈਸੀਡੈਂਸ ਤੇ ਕਈ ਵਾਰ ਕੁਐਸਚਨ ਪੁੱਛਿਆ ਜਾ ਸਕਦਾ ਤੇ ਇਹਨੂੰ ਇੱਕ ਵਾਰ ਤੁਸੀਂ ਕਵਰ ਜ਼ਰੂਰ ਕਰਨਾ ਅਕਸਰ ਬੱਚੇ ਇਸ ਟੌਪਿਕ ਨੂੰ ਸਕਿਪ ਕਰਕੇ ਚਲੇ ਜਾਂਦੇ ਆ ਹਾਲਾਂਕਿ ਜਿੰਨੇ ਵੀ ਮੈਂ ਪੇਪਰ ਸਟੱਡੀ ਕੀਤੇ ਆ ਉਹਦੇ ਵਿੱਚ ਬਹੁਤ ਡਿਫਿਕਲਟ ਆਰਡਰ ਆਫ ਪ੍ਰੈਸੀਡੈਂਸ ਦੇ ਕੁਐਸਚਨ ਨਹੀਂ ਪੁੱਛਿਆ ਗਿਆ ਬੇਸਿਕ ਹੀ ਕੁਐਸਚਨ ਪੁੱਛਿਆ ਜਾਂਦਾ ਹੈ ਸ਼ੁਰੂਆਤ ਦੀ ਗੱਲ ਕਰੀਏ ਤਾਂ ਸਭ ਤੋਂ ਉੱਤੇ ਪ੍ਰੈਜ਼ੀਡੈਂਟ ਸਾਹਿਬ ਹੋਣੇ ਫਿਰ ਵਾਈਸ ਪ੍ਰੈਜ਼ੀਡੈਂਟ ਫਿਰ ਪੀਐਮ ਸਾਹਿਬ ਹੋ ਗਏ ਹਨਾ ਫਿਰ ਹੌਲੀ ਹੌਲੀ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਗਵਰਨੈਂਸ ਦੀ ਆਪਾਂ ਗੱਲ ਕਰਦੇ ਹਾਂ ਵਿਦ ਇਨ ਦਿਸ ਸਟੇਟ ਜੇ ਬਾਹਰ ਦੀ ਸਟੇਟ ਦੀ ਗੱਲ ਕਰੋਗੇ ਤਾਂ ਫਿਰ ਪ੍ਰੈਜ਼ੀਡੈਂਸ ਦੇ ਵਿੱਚ ਆਰਡਰ ਬਹੁਤ ਪਿੱਛੇ ਚਲਾ ਜਾਂਦਾ ਫਿਰ ਤੁਸੀਂ ਗੱਲ ਕਰੋ ਡਿਪਟੀ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਸਕਦੇ ਹੋ ਤਾਂ ਉਰੇ ਉਹ ਆਪਸ਼ਨਸ ਨਹੀਂ ਦਿੱਤੇ ਗਏ ਲੈਟਸ ਸਟਾਰਟ ਕਿ ਉਰੇ ਕਿਹੜੇ ਕਿਹੜੇ ਆਪਸ਼ਨਸ ਨੇ ਆਪਣੇ ਕੋਲ ਉਰੇ ਆਪਣੇ ਕੋਲ ਸੀਜੀਆਈ ਦਾ ਆਪਸ਼ਨ ਹੈਗਾ ਦੈਨ ਕੈਬਨਿਟ ਮਿਨਿਸਟਰ ਦਾ ਆਪਣੇ ਕੋਲ ਆਪਸ਼ਨ ਹੈਗਾ ਫਿਰ ਆਪਣੇ ਕੋਲ ਚੀਫ ਇਲੈਕਸ਼ਨ ਕਮਿਸ਼ਨਰ ਦਾ ਆਫਿਸ ਆਪਸ਼ਨ ਹੈਗਾ ਤੇ ਫਿਰ ਆਪਣੇ ਕੋਲ ਕੈਬਨਿਟ ਸੈਕਟਰੀ ਦਾ ਆਪਸ਼ਨ ਹੈਗਾ ਸੀਜੀਆਈ ਦੀ ਗੱਲ ਕਰੀਏ ਤਾਂ ਆਰਡਰ ਆਫ ਪ੍ਰੈਸੀਡੈਂਸ ਦੇ ਵਿੱਚ ਇਹ ਨੰਬਰ 6 ਤੇ ਪੋਜੀਸ਼ਨ ਹੁੰਦੇ ਇਹਨਾਂ ਦੇ ਨਾਲ ਸਪੀਕਰ ਆਫ ਲੋਕ ਸਭਾ ਵੀ ਮੌਜੂਦ ਹੁੰਦੇ ਤਾਂ ਇਨ ਦਾ ਗਿਵਨ ਆਪਸ਼ਨਸ ਇਹ ਚਾਰ ਆਪਸ਼ਨਸ ਦੇ ਵਿੱਚ ਸਭ ਤੋਂ ਉੱਤੇ ਜਿਨ੍ਹਾਂ ਦੀ ਆਰਡਰ ਆਫ ਪ੍ਰੈਸੀਡੈਂਸ ਹੋਊਗੀ ਉਹ ਹੋਗੀ ਚੀਫ ਜਸਟਿਸ ਆਫ ਇੰਡੀਆ ਦੀ ਉਸ ਤੋਂ ਮਗਰੋਂ ਗੱਲ ਕਰਾਂ ਹਾਂਜੀ ਨੰਬਰ 4 ਸਭ ਤੋਂ ਪਹਿਲਾਂ ਆ ਗਿਆ ਉਸ ਤੋਂ ਬਾਅਦ यूनियन कैबिनेट मिनिस्टर 3 देन चीफ इलेक्शन कमिश्नर एंड फिर एंड ਚ ਆ ਜਾਂਦਾ ਜੀ ਕੈਬਨਿਟ ਸੈਕਟਰੀ ਕੈਬਨਿਟ ਸੈਕਟਰੀ ਐਂਡ ਦੇ ਵਿੱਚ ਕਿਉਂ ਇਹਦੇ ਵਿੱਚ ਪਾਇਆ ਜਾ ਰਿਹਾ ਹੈ ਕਿਉਂਕਿ ਤੁਸੀਂ ਦੇਖੋਗੇ ਕੈਬਨਿਟ ਸੈਕਟਰੀ ਕੀ ਹੈ ਹਾਈਐਸਟ ਬਿਊਰੋਕ੍ਰੈਟਿਕ ਆਫਿਸ ਹੈ ਪਰ ਉਰੇ ਤੁਸੀਂ ਗੱਲ ਕਰੋ ਤਾਂ ਜੇ ਸੀਈਸੀ ਦੀ ਗੱਲ ਕਰੀਏ ਤਾਂ ਇੱਕ ਕਨਸਟੀਟਿਊਸ਼ਨਲ ਬੋਡੀ ਹੈ ਰਾਈਟ ਸੋ ਕਨਸਟੀਟਿਊਸ਼ਨਲ ਬੋਡੀ ਜਿਹੜੀ ਹੈਗੀ ਹੈ ਕੈਬਨਿਟ ਸੈਕਟਰੀ ਤੋਂ ਪਹਿਲਾਂ ਆਉਗੀ 4 3
2-1 happens to be the right answer. Let's see कि क्या सी ऑप्शन करेक्ट है। बिल्कुल सही है जी। चलो नेक्स्ट बढ़ते हैं आगे। The President of India can summon a session of Parliament at such place as she thinks fit. Where the Constitution of India provides for 3 sessions of Parliament in a year, but it is not mandatory to conduct all 3 sessions. There is no minimum number of days that the Parliament is required to meet in a year. ਹੁਣ ਆਹ ਕੁਐਸਚਨ ਜਿਹੜਾ ਹੈਗਾ ਮੈਂ ਯੂਪੀਐਸਸੀ ਦੇ ਪ੍ਰੀਲਿਮਸ ਤੋਂ ਡਾਇਰੈਕਟ ਹੀ ਚੱਕਿਆ। ਮੈਂ ਨਹੀਂ ਕਹਿੰਦਾ ਕਿ ਇਹ ਡਿਟੋ ਸਵਾਲ ਤੁਹਾਡੇ ਪੇਪਰ ਵਿੱਚ ਆ ਜਾਊਗਾ, ਬਟ ਹਾਂ ਇਹ ਹੋ ਸਕਦਾ ਕਿ ਕੋਈ ਇੱਥੋਂ ਸਟੇਟਮੈਂਟ ਉਠਾ ਕੇ ਉਹ ਤੁਹਾਡੇ ਪੇਪਰ ਵਿੱਚ ਪੁੱਛ ਲੈਣ, ਕਿਉਂਕਿ ਨਿਟਰ ਐਗਜ਼ਾਮ ਕੰਡਕਟ ਕਰਾ ਰਿਹਾ ਤੇ ਨਿਟਰ ਇਜ਼ ਨੋਟੋਰੀਅਸ ਫॉर ਆਸਕਿੰਗ ਡਿਫਿਕਲਟ ਕੁਐਸਚਨਸ, ਟ੍ਰਿਕੀ ਕੁਐਸਚਨਸ। तो ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਉਰੇ ਗੱਲ ਹੋ ਰਹੀ ਹੈ ਪਾਰਲੀਮੈਂਟ ਦੇ ਸੈਸ਼ਨਸ ਦੀ। The President of India can summon a session of Parliament at such place as he she thinks fit. ਹੁਣ ਪਹਿਲੇ ਨਜ਼ਰ ਚ ਤੁਸੀਂ ਸਟੇਟਮੈਂਟ ਨੂੰ ਪੜੋਗੇ ਤੁਹਾਨੂੰ ਲੱਗੂਗਾ ਰੁਕੋ ਸਰ ਪ੍ਰੈਜ਼ੀਡੈਂਟ ਦੀ ਥੋੜੀ ਮਰਜ਼ੀ ਹੈ। ਪ੍ਰੈਜ਼ੀਡੈਂਟ ਕੈਨ ਸਮਨ ਸੈਸ਼ਨ ਐਟ ਸਚ ਪਲੇਸ ਐਜ਼ ਹੀ ਸ਼ੀ ਥਿੰਕਸ ਫਿਟ। ਕੀ ਇਹ ਗੱਲ ਸਹੀ ਹੋ ਸਕਦੀ ਹੈ? ਇਹ ਗੱਲ ਸਹੀ ਹੈ ਦੋਸਤੋ। ਅਫਕੋਰਸ ਪ੍ਰੈਜ਼ੀਡੈਂਟ ਦੀ ਕੋਈ ਡਿਸਕ੍ਰਿਸ਼ਨ ਨਹੀਂ ਹੈਗੀ। ਹੀ ਵਿਲ call the session, he will summon the session on the recommendations of council of minister। ਹੁਣ ਇਹ ਬਹੁਤ ਵੱਡਾ ਫਲੋ ਹੈ। ਪ੍ਰੈਜ਼ੀਡੈਂਟ ਦੀ ਐਗਜ਼ੀਕਿਊਟਿਵ ਜਿਹੜਾ ਹੈਗਾ ਐਗਜ਼ੀਕਿਊਟਿਵ ਕੋਲ ਕਹਿੰਦੇ ਅਧਿਕਾਰ ਹੈਗਾ ਟੂ ਕਾਲ ਅ ਸੈਸ਼ਨ। ਤਾਂ ਜਦੋਂ ਆਪਾਂ ਰეკਮੈਂਡੇਸ਼ਨਸ ਦੀ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਕਿੱਦਾਂ ਤੁਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਇੰਪਰੂਵ ਕਰ ਸਕਦੇ, ਤਾਂ ਉਹਦੇ ਵਿੱਚ ਇੱਕ ਸੁਜੈਸ਼ਨ ਆਪਾਂ ਇਹ ਲਿਖਦੇ ਹਾਂ ਕਿ ਪਾਰਲੀਮੈਂਟ ਕੋਲ ਵੀ ਆਪਣੇ ਕੋਲ ਅਧਿਕਾਰ ਹੋਣਾ ਚਾਹੀਦਾ ਹੈ। ਲੈਟਸ ਸੇ 50 ਐਮਪੀਸ ਕੋਲ ਹੈ, 100 ਐਮਪੀਸ ਕੋਲ ਅਧਿਕਾਰ ਹੋਣਾ ਚਾਹੀਦਾ ਕਿ ਉਹ ਇਕੱਠੇ ਹੋ ਕੇ ਇੱਕ ਸੈਸ਼ਨ ਦੀ ਮੰਗ ਕਰ ਸਕਦੇ ਆ ਕਿ ਹੁਣ ਸੈਸ਼ਨ ਬੁਲਾਇਆ ਜਾਵੇ। ਪਰ ਆਰਟੀਕਲ 85 ਫਿਲਹਾਲ ਦੇ ਟਾਈਮ 'ਚ ਕੀ ਕਹਿੰਦਾ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਸਮਨ ਅ ਸੈਸ਼ਨ ਆਫ ਦ ਪਾਰਲੀਮੈਂਟ ਐਟ ਸਚ ਪਲੇਸ ਐਜ਼ ਹੀ ਸ਼ੀ ਥਿੰਕਸ ਫਿਟ। ਤਾਂ ਪਹਿਲੀ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਰੈਕਟ। ਹੁਣ ਸੈਕੰਡ ਸਟੇਟਮੈਂਟ ਦੇ ਵਿੱਚ ਦੇਖੋ ਉਹੀ ਟ੍ਰੈਪ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜਿਹਦੇ ਬਾਰੇ। ਕਹਿੰਦੇ ਦ ਕਨਸਟੀਟਿਊਸ਼ਨ ਆਫ ਇੰਡੀਆ, again the constitution of India provides for 3 sessions of the parliament in a year, but it is not mandatory to conduct all 3 sessions। ਇਹ ਕਿਹਾ ਗਿਆ, ਕਹਿੰਦੇ ਕਨਸਟੀਟਿਊਸ਼ਨ ਦੇ ਵਿੱਚ ਕਿਹਾ ਗਿਆ ਕਿ 3 ਸੈਸ਼ਨ ਹੋਣੇ ਚਾਹੀਦੇ ਪਾਰਲੀਮੈਂਟ ਦੇ। ਅਕਸਰ ਆਪਾਂ ਹੁਣ ਦੀ ਘੜੀ 'ਚ ਦੇਖੀਏ ਤਾਂ 3 ਸੈਸ਼ਨ ਹੀ ਹੁੰਦੇ ਆ। ਵਿੰਟਰ ਸੈਸ਼ਨ ਹੋ ਗਿਆ, ਮੌਨਸੂਨ ਹੋ ਗਿਆ, ਰਾਈਟ, ਤਾਂ ਇਹ ਬਜਟ ਸੈਸ਼ਨ ਹੋ ਗਿਆ, ਇਹ ਹੁੰਦੇ ਆ। ਪਰ ਕੀ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਕਿ 3 ਸੈਸ਼ਨ ਹੋਣੇ ਚਾਹੀਦੇ, 4 ਹੋਣੇ ਚਾਹੀਦੇ? ਦ ਆਂਸਰ ਇਜ਼ ਨੋ, ਬਿਲਕੁਲ ਨਹੀਂ ਲਿਖਿਆ ਗਿਆ। ਤੇ ਫਿਰ ਕਹਿੰਦੇ ਕਿ ਇਟ ਇਜ਼ ਨਾਟ ਮੈਂਡੇਟਰੀ ਟੂ ਕੰਡਕਟ ਆਲ 3 ਸੈਸ਼ਨਸ, ਐਸਾ ਵੀ ਕੁਝ ਨਹੀਂ। ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 85 ਜਿਹੜਾ ਹੈਗਾ, ਆਰਟੀਕਲ 85 ਦੀ ਗੱਲ ਕਰਾਂ, ਕਲੌਜ਼ 1 ਦੀ ਗੱਲ ਕਰਾਂ, ਉਹਦੇ ਵਿੱਚ ਕਿਹਾ ਗਿਆ ਹੈ ਕਿ 2 ਸੈਸ਼ਨਸ ਦੇ ਵਿੱਚ ਜਿਹੜਾ ਵਕਫਾ ਹੋਣਾ ਚਾਹੀਦਾ 6 ਮਹੀਨਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ। 6 months is the maximum time duration between the 2 sessions। ਜੇ ਮੰਨ ਲਓ ਅਪ੍ਰੈਲ ਦੇ ਵਿੱਚ ਇੱਕ ਸੈਸ਼ਨ ਪੂਰਾ ਹੋ ਗਿਆ, ਅਪ੍ਰੈਲ ਮਤਲਬ ਚੌਥਾ ਮਹੀਨਾ ਦੀ ਗੱਲ ਕਰਾਂ, ਤਾਂ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਮੈਨੂੰ ਦੂਸਰਾ ਸੈਸ਼ਨ ਕਰਵਾਉਣਾ ਪੈਣਾ, ਇਹ ਕਨਸਟੀਟਿਊਸ਼ਨ ਕਹਿੰਦਾ। ਇਸ ਤੋਂ ਇਲਾਵਾ ਕਨਸਟੀਟਿਊਸ਼ਨ ਹੋਰ ਕੁਝ ਨਹੀਂ ਕਹਿੰਦਾ। ਸੋ ਦੇਰ ਇਜ਼ ਨੋ ਮਿਨੀਮਮ ਨੰਬਰ ਆਫ ਡੇਜ਼ that the parliament is required to meet in a year। ਇਹ ਵੀ ਗੱਲ ਸਹੀ ਹੈ, ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਲਿਖੀ ਨਹੀਂ ਗਈ। ਹਾਲਾਂਕਿ ਮੰਗਾਂ ਉੱਠਦੀਆਂ ਜਾ ਰਹੀਆਂ ਹੁਣ ਕਿ ਹੁਣ ਇੱਕ ਮਿਨੀਮਮ ਨੰਬਰ ਆਫ ਡੇਜ਼ ਲਈ ਪਾਰਲੀਮੈਂਟ ਨੂੰ ਬਿਠਾਇਆ ਹੀ ਜਾਵੇ। ਆਪਾਂ ਪੁਰਾਣੀ ਲੋਕ ਸਭਾ ਦੀ ਗੱਲ ਕਰੀਏ, ਪਿਛਲੇ ਸਾਲ 2019-24 ਦੀ ਗੱਲ ਕਰੀਏ, ਉਹਦੇ ਵਿੱਚ ਤੁਸੀਂ ਦੇਖੋਗੇ ਐਵਰੇਜ ਨੰਬਰ ਆਫ ਸਿਟਿੰਗ ਜਿਹੜੀ ਹੈਗੀ ਸੀਗੀ that was noted around 55 days। ਜਦਕਿ ਜਦੋਂ ਇਨੀਸ਼ੀਅਲੀ ਆਪਾਂ ਆਪਣਾ ਇਨੀਸ਼ੀਅਲ ਡੇਜ਼ ਤੇ ਜਿਹੜੇ ਆਪਣੇ ਇਲੈਕਸ਼ਨ ਹੋਏ ਸੀਗੇ ਜਾਂ ਆਪਾਂ 1950s ਦੀ ਗੱਲ ਕਰੀਏ, ਉਦੋਂ ਆਹੀ ਨੰਬਰ 100 ਪਲੱਸ ਹੁੰਦਾ ਸੀਗਾ, ਤੇ ਹੁਣੇ ਘਟ ਕੇ ਅਰਾਊਂਡ 55 ਡੇਜ਼ ਹੋ ਗਿਆ ਹੈ on an average per year। ਪਰ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਮਿਨੀਮਮ ਨੰਬਰ ਆਫ ਡੇਜ਼ ਦੀ ਗੱਲ ਨਹੀਂ ਹੋਈ ਹੈ ਜੀ। ਤਾਂ ਸਟੇਟਮੈਂਟ 2 ਜਿਹੜੀ ਹੈਗੀ ਹੈ, ਸਟੇਟਮੈਂਟ 2 ਹੈਗੀ ਹੈ ਇਨਕਰੈਕਟ। ਤੇ ਜਿਵੇਂ ਮੈਂ ਸਟੇਟਮੈਂਟ 2 ਨੂੰ ਇਨਕਰੈਕਟ ਕੀਤਾ, ਮੇਰੇ ਕੋਲ 1 and 3 ਬਚ ਜਾਂਦਾ ਕਿਉਂਕਿ 1 ਨੂੰ ਮੈਂ ਸਹੀ ਕੀਤਾ ਤੇ 3 is also correct। there is no minimum number of days that a parliament is required to meet in a year। 1 and 3 is the right answer। ਉਸ ਤੋਂ ਬਾਅਦ ਦੀ ਗੱਲ ਕਰੀਏ ਜੀ, ਹਾਂਜੀ, ਸੈਸ਼ਨ ਆਫ ਲੋਕ ਸਭਾ ਇਜ਼ ਕਾਲਡ ਫॉर ਐਟ ਲੀਸਟ। ਹਾਂਜੀ, ਉਰੇ ਗੱਲ ਹੋ ਰਹੀ ਹੈ ਕਿ
ਘੱਟੋ ਘੱਟ ਜੇ 12 ਮਹੀਨੇ ਦਾ ਟਾਈਮ ਹੈਗਾ ਤਾਂ ਤੁਸੀਂ 12 ਮਹੀਨੇ ਦਾ ਟਾਈਮ ਹੈਗਾ ਤਾਂ ਮਿਨੀਮਮ ਤੁਹਾਨੂੰ ਕਿੰਨੀ ਵਾਰ ਤਾਂ ਸੈਸ਼ਨ ਬੁਲਾਉਣਾ ਹੀ ਪੈਣਾ, ਕਿਉਂਕਿ 85(1) ਕੀ ਕਹਿ ਕੇ ਜਾਂਦਾ ਹੈ, ਕਹਿੰਦਾ 6 ਮਹੀਨੇ ਦਾ ਗੈਪ ਹੋਣਾ ਚਾਹੀਦਾ, ਜਾਂ ਮੈਕਸਿਮਮ 6 ਮਹੀਨੇ ਦਾ ਗੈਪ ਹੋ ਸਕਦਾ ਹੈ ਕਿਹਦੇ ਵਿੱਚ, ਦੋ ਸੈਸ਼ਨ ਦੇ ਵਿੱਚ। ਤਾਂ ਫਿਰ ਤੁਹਾਨੂੰ ਪਤਾ ਹੈ ਕਿ ਉਰੇ 2 ਟਾਈਮਸ ਅ ਈਅਰ ਦਾ ਆਨਸਰ ਹੋਣਾ ਹੈ। ਨੈਕਸਟ, which of the following does not take the oath of office? ਕਿਹੜੇ ਡਿਗਨਿਟਰੀਜ਼ ਨੇ ਉਰੇ ਜਿਹੜੇ oath ਨਹੀਂ ਲੈਂਦੇ, they do not assume oath while entering the office? ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸਪੀਕਰ ਤੇ ਪ੍ਰਾਈਮ ਮਿਨਿਸਟਰ। ਹੁਣ ਉਰੇ ਤਾਂ ਫੇਰ ਵੀ ਤੁਸੀਂ ਅਗੇਨ ਆਡ ਵਨ ਆਊਟ ਨੂੰ ਫੋਲੋ ਕਰਕੇ ਐਲੀਮੀਨੇਟ ਕਰ ਸਕਦੇ ਹੋ, ਪਰ ਜੇ ਸਵਾਲ ਵੈਸੇ ਆ ਜਾਏ, ਜੇ ਸਵਾਲ ਵੈਸੇ ਆ ਜਾਏ ਕਿ ਕੀ ਸਪੀਕਰ ਜਿਹੜਾ ਹੈਗਾ ਉਹ ਓਥ ਲੈਂਦਾ ਹੈ ਆਫਿਸ ਦੀ ਕਿ ਨਹੀਂ ਲੈਂਦਾ, ਉੱਥੇ ਤੁਸੀਂ ਕਨਫਿਊਜ਼ ਹੋ ਜਾਓ। ਦੋਸਤੋ ਪ੍ਰੋਟੈਮ ਸਪੀਕਰ ਜਿਹੜਾ ਹੁੰਦਾ ਉਹ ਓਥ ਲੈਂਦਾ। ਉਹਨਾਂ ਦਾ ਕੰਮ ਕੀ ਹੁੰਦਾ, ਉਹਨਾਂ ਦਾ ਕੰਮ ਵੀ ਹੁੰਦਾ ਕਿ ਉਹਨਾਂ ਨੇ ਬਾਕੀ ਸਾਰੇ ਐਮਪੀਸ ਨੂੰ ਓਥ ਦਿਵਾਣੀ ਹੁੰਦੀ ਹੈ। ਤਾਂ ਬਾਕੀ ਸਾਰੇ ਐਮਪੀਸ ਦੇ ਵਿੱਚ ਕੌਣ ਆ ਜਾਂਦਾ, ਉਹਨਾਂ ਸਾਰਿਆਂ ਦੇ ਵਿੱਚ ਸਪੀਕਰ ਵੀ ਆ ਜਾਂਦਾ ਹੈ, ਤੇ ਸਪੀਕਰ ਬਾਅਦ ਦੇ ਵਿੱਚ ਅਲੱਗ ਤੋਂ ਓਥ ਨਹੀਂ ਲੈਂਦਾ। ਪ੍ਰੈਜ਼ੀਡੈਂਟ ਲੈਂਦੇ ਆ, ਵਾਈਸ ਪ੍ਰੈਜ਼ੀਡੈਂਟ ਲੈਂਦੇ ਆ, ਪੀਐਮ ਲੈਂਦੇ ਆ, ਪਰ ਸਪੀਕਰ ਜਿਹੜਾ ਹੈਗਾ ਉਹ ਅਲੱਗ ਤੋਂ ਓਥ ਨਹੀਂ ਲੈਂਦਾ ਵਾਈਲ ਅਸਿਊਮਿੰਗ ਦੀ ਆਫਿਸ। ਸੋ ਸੀ ਇਜ਼ ਦੀ ਰਾਈਟ ਆਂਸਰ। ਫਿਰ ਹੈਗਾ ਜੀ, ਸਪੀਕਰ ਆਫ ਦ ਲੋਕ ਸਭਾ ਕੈਨ ਬੀ ਰਿਮੂਵਡ ਬਾय, ਕਿੱਦਾਂ ਰਿਮੂਵਲ ਹੋ ਸਕਦਾ ਹੈ ਸਪੀਕਰ ਆਫ ਲੋਕ ਸਭਾ ਦਾ? ਆਪਸ਼ਨ ਏ ਹੈ ਜੀ, ਰੈਜ਼ੋਲੂਸ਼ਨ ਆਫ ਲੋਕ ਸਭਾ ਪਾਸਡ ਬਾय majority of all the then members of the house। ਦੂਜਾ, 2/3 majority of the members of the house। ਤੀਜਾ, ਆਰਡਰ ਆਫ ਪ੍ਰੈਜ਼ੀਡੈਂਟ। ਤੇ ਚੌਥਾ ਕਹਿੰਦੇ ਸਿੰਪਲ ਮੈਜੋਰਿਟੀ ਆਫ ਦਾ ਪਾਰਲੀਮੈਂਟ। ਜਿੰਨੇ ਲੋਕ ਬੈਠੇ ਆ ਪ੍ਰੈਜ਼ੀਡੈਂਟ ਵੋਟਿੰਗ ਹੈਗੇ ਆ ਉਹ ਵੋਟ ਕਰ ਦੇਣ, ਕਹਿੰਦੇ ਉਹਦੇ ਨਾਲ ਸਪੀਕਰ ਨੂੰ ਰਿਮੂਵ ਹੋ ਜਾਊਗਾ। ਇਹ ਕਹਿੰਦੇ ਆ ਆਪਸ਼ਨ ਟੀ। ਸੀ ਕਹਿੰਦਾ ਆਰਡਰ ਆਫ ਪ੍ਰੈਜ਼ੀਡੈਂਟ, ਮਰਸੀ ਆਫ ਦ ਪ੍ਰੈਜ਼ੀਡੈਂਟ, ਪਲੇਜ਼ਰ ਆਫ ਪ੍ਰੈਜ਼ੀਡੈਂਟ। ਬੀ ਕਹਿੰਦਾ 2/3 ਮੈਜੋਰਿਟੀ ਚਾਹੀਦੀ ਹੈ ਹਾਊਸ ਦੀ। ਇਹ ਕਹਿੰਦਾ ਕਿ a resolution of Lok Sabha passed by a majority of all the then members of the house। ਉਰੇ ਆਪਾਂ ਜਦੋਂ all the then members of house ਦੀ ਗੱਲ ਕਰਦੇ ਹਾਂ ਤਾਂ ਉਰੇ ਆਪਾਂ ਗੱਲ ਕਰਦੇ ਹਾਂ ਇਫੈਕਟਿਵ ਮੈਜੋਰਿਟੀ ਦੀ। ਇਫੈਕਟਿਵ ਮੈਜੋਰਿਟੀ ਦਾ ਕੇਸ ਬਣਦਾ ਹੈ ਸਪੀਕਰ ਦੇ ਰਿਮੂਵਲ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਹੈਪਨਸ ਟੂ ਬੀ ਦੀ ਰਾਈਟ ਆਂਸਰ। ਨੈਕਸਟ ਹੈ ਜੀ, अगला ये भी यूपीएससी पीवाईक्यू है। In the first Lok Sabha, as the single largest party in the opposition was Swatantra Party। फिर in the Lok Sabha, a leader of opposition was recognized for the first time in 1969। फिर in the Lok Sabha, if a party does not have minimum of 75 members, its leaders cannot be recognized as leader of opposition। ਹੁਣ ਇਹਦੇ ਚ ਤੁਸੀਂ ਜੇ ਇੱਕ ਸਟੇਟਮੈਂਟ ਨੂੰ ਵੀ ਜਿਹੜੀ ਗਲਤ ਹੈ ਉਰੇ ਉਹਨੂੰ ਆਇਡੈਂਟੀਫਾਈ ਕਰ ਲਿਆ, ਆਟੋਮੈਟਿਕਲੀ ਤੁਹਾਡਾ ਆਨਸਰ ਆ ਜਾਣਾ। ਲੈਟਸ ਸੀ ਕਿ ਕਿਹੜੇ ਕਿਹੜੇ ਇਹਦੇ ਵਿੱਚ ਸਹੀ ਬਣਦੇ ਆ। ਇਨਫੈਕਟ ਮੈਨੂੰ ਲੱਗਦਾ ਕਿ ਸ਼ਾਇਦ ਦੋ ਕਰਨੇ ਪੈਣਗੇ, ਸੌਰੀ। ਹਾਂ, ਸੋ ਇਨ ਦ ਲੋਕ ਸਭਾ ਥਰਡ ਸਟੇਟਮੈਂਟ ਦੀ ਗੱਲ ਕਰੀਏ, ਇਫ ਅ ਪਾਰਟੀ ਡਸ ਨਾਟ have a minimum of 75 members, its leaders cannot be recognized as a leader of opposition। LOP ਦੀ ਗੱਲ ਕਰੀਏ ਤਾਂ ਮਿਨੀਮਮ ਬਾਰ ਜਿਹੜਾ ਹੈਗਾ ਉਹ 75 ਨਹੀਂ ਹੈਗਾ, ਉਹ ਹੈਗਾ 50। ਜੇ 50 ਮੈਂਬਰ ਤੁਹਾਡੇ ਹੈਗੇ ਆ, ਤੁਹਾਡੀ ਪਾਰਟੀ ਦੇ ਹੈਗੇ ਆ, ਤਾਂ ਉਹਦੇ ਚੋਂ ਫਿਰ LOP ਰਿਕਗਨਾਈਜ਼ ਹੋ ਸਕਦਾ। ਫਿਰ ਗੱਲ ਕਰਦੇ ਆ ਆਪਾਂ ਉਸ ਤੋਂ ਬਾਅਦ ਸੈਕੰਡ ਸਟੇਟਮੈਂਟ ਦੀ। ਲੋਕ ਸਭਾ a leader of opposition was recognized for the first time in 1969। the answer is yes, factually this statement is correct। statement 2 ਜਿਹੜੀ ਹੈਗੀ it is correct। फिर गल करिए इन द फर्स्ट लोक सभा the single largest party in opposition was Swatantra Party। no, this is incorrect। communist party ਸੀਗੀ ਜਿਹੜੀ, that was the single largest party, not the Swatantra Party। ਤਾਂ ਇਹਦੇ ਕੇਸ ਚ B2 only is the right answer। next ਅੱਗੇ ਵਧਦੇ ਆਪਾਂ। the council of states is not subject to dissolution। ਰਾਜ ਸਭਾ ਦੀ ਗੱਲ ਹੋ ਰਹੀ ਹੈ ਉਰੇ, ਕਾਉਂਸਿਲ ਆਫ ਸਟੇਟ ਦੀ ਗੱਲ ਹੋ ਰਹੀ ਹੈ। ਇਟ ਇਜ਼ ਨਾਟ ਸਬਜੈਕਟ ਟੂ ਡਿਸੋਲੂਸ਼ਨ। ਆਪਾਂ ਨੂੰ ਪਤਾ ਹੈ ਕਿ ਹਾਂ ਉਹ ਇੱਕ ਪਰਮਾਨੈਂਟ ਹਾਊਸ ਹੈ। ਸੋ A is the right answer। then we have R ਦੀ ਗੱਲ ਹੋ ਰਹੀ ਹੈ ਰੀਜ਼ਨ ਦੀ। ਕਹਿੰਦੇ 1/3 of its members retire on the expiration of every second year।
ਹਰ ਦੂਜੇ ਸਾਲ 1/3 ਮੈਂਬਰ ਉਹਦੇ ਰਿਟਾਇਰ ਹੋ ਜਾਂਦੇ ਆ। ਇਹ ਵੀ ਫੈਕਚੁਅਲੀ ਕਰੈਕਟ ਹੈਗੀ। ਹੁਣ ਆਪਾਂ ਅਗਲੀ ਲੇਅਰ ਨੂੰ ਐਕਸਪਲੋਰ ਕਰਨਾ ਹੈ ਕਿ ਕੀ ਉਹ ਕਰੈਕਟਲੀ ਐਕਸਪਲੇਨ ਕਰਦਾ ਹੈ, ਕਿ ਅਜ਼ਰਸ਼ਨ ਨੂੰ ਕਰੈਕਟਲੀ ਐਕਸਪਲੇਨ ਕਰਦਾ ਹੈ ਤੁਹਾਡਾ ਆਰ। ਰੀਜ਼ਨ ਅਜ਼ਰਸ਼ਨ ਕੀ ਹੈ, ਕਹਿੰਦੇ ਕਾਉਂਸਲ ਆਫ ਸਟੇਟ ਜਿਹੜਾ ਰਾਜ ਸਭਾ ਹੈ, ਇਟ ਇਜ਼ ਨਾਟ ਸਬਜੈਕਟ ਟੂ ਡਿਸੋਲੂਸ਼ਨ। ਉਹ ਇੱਕ ਪਰਮਾਨੈਂਟ ਹਾਊਸ ਹੈ। ਹੁਣ ਉਹਨੂੰ ਪਰਮਾਨੈਂਟ ਹਾਊਸ ਬਣਾਉਣ ਦੇ ਕਾਰਨ ਬਹੁਤ ਨੇ, ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਲੋਕ ਸਭਾ ਜਿਹੜਾ ਹੈਗਾ ਉਹ ਡਿਸੋਲਵ ਹੋ ਜਾਂਦਾ ਹੈ, ਉਹਦੀ 5 ਸਾਲ ਦੀ ਮੁਨਿਆਦ ਹੈਗੀ ਹੈ। ਜੇ ਮੰਨ ਲਓ ਉਸ ਤੋਂ ਬਾਅਦ ਕੋਈ ਕਨਸਟੀਟਿਊਸ਼ਨਲ ਕ੍ਰਾਈਸਿਸ ਆਲੇ ਕੁਛ ਆ ਜਾਏ ਤਾਂ ਉਹਦੇ ਵਾਸਤੇ ਤੁਹਾਨੂੰ ਇੱਕ ਪਰਮਾਨੈਂਟ ਇੰਸਟੀਟਿਊਸ਼ਨ ਚਾਹੀਦਾ। ਫਿਰ ਸਟੇਟਸ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਫੈਡਰਲਿਜ਼ਮ ਦੀ ਗੱਲ ਫੈਡਰੇਸ਼ਨ ਦੀ ਗੱਲ ਕਰਦੇ ਹਾਂ ਆਪਾਂ, ਤਾਂ ਬਹੁਤ ਸਾਰੇ ਕਾਰਨ ਬਣ ਜਾਂਦੇ ਆ ਜੋ ਕਿ ਕਾਉਂਸਲ ਆਫ ਸਟੇਟਸ ਨੂੰ ਇੱਕ ਪਰਮਾਨੈਂਟ ਹਾਊਸ ਬਣਾਉਣ ਦੇ ਤੌਰ ਤੇ ਕਾਰਗਰ ਹੁੰਦੇ। ਪਰ ਰੀਜ਼ਨ ਕੀ ਹੈ, ਰੀਜ਼ਨ ਉਹਨੇ ਦਿੱਤਾ ਗਿਆ, ਕਹਿੰਦੇ 1/3 ਮੈਂਬਰਸ ਹੈ ਉਹ ਰਿਟਾਇਰ ਹੋ ਜਾਂਦੇ ਆ ਐਵਰੀ ਸੈਕੰਡ ਈਅਰ। ਇਹ ਰੀਜ਼ਨ ਨਹੀਂ ਹੈਗਾ, ਇਹ ਤਾਂ ਮੈਕੈਨਿਜ਼ਮ ਹੈ ਉਹ ਪਹਿਲੇ ਪਾਰਟ ਨੂੰ ਚਲਾਉਣ ਵਾਸਤੇ। ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਆਨਸਰ ਹੋਊਗਾ ਉਹ ਬੀ ਹੋਣਾ ਚਾਹੀਦਾ। ਦੋ ਇਹਨਾਂ ਨੇ ਉਰੇ ਏ ਦਿੱਤਾ ਹੋਇਆ, ਬਟ ਆਈ ਸਟਰੋਂਗਲੀ ਫੀਲ ਕਿ ਇਹਦਾ ਆਨਸਰ ਜਿਹੜਾ ਹੈਗਾ ਬੀ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਕਰੈਕਟ ਐਕਸਪਲੇਨੇਸ਼ਨ ਹੀ ਦੇ ਰਹੀ ਹੈ। ਆਰ ਤਾਂ ਸਗੋਂ ਇੱਕ ਮੈਕੈਨਿਜ਼ਮ ਹੈ ਜਿਹੜਾ ਏ ਨੂੰ ਸਪੋਰਟ ਕਰਦਾ ਹੈ, ਪਰ ਏ ਦੇ ਕਾਰਨ ਬਹੁਤ ਸਾਰੇ ਨੇ, ਇਹਦਾ ਕਾਰਨ ਆਰ ਨਹੀਂ ਹੋ ਸਕਦਾ, ਰਾਈਟ। ਸੋ ਸਟੇਟਮੈਂਟ ਬੀ, ਆਪਸ਼ਨ ਬੀ ਜਿਹੜਾ ਹੈਗਾ that happens to be the right answer। ਫਿਰ ਉਸ ਤੋਂ ਬਾਅਦ ਅੱਗੇ ਵਧਦੇ ਆਪਾਂ। consider the following statement with respect to qualification to become the member of Rajya Sabha। पहली है age related qualification should be at least 30 years of age, then should be registered as a voter on the list of voters in the state from which candidate is to be elected। फिर should not hold office of profit under the state। ਕਿਹੜਾ ਕਹਿੰਦੇ ਸਹੀ ਹੈ? सेकंड स्टेटमेंट की गल करिए, शुड बी रजिस्टर्ड एज अ वोटर ऑन द लिस्ट ऑफ वोटर्स इन द स्टेट फ्रॉम विच द कैंडिडेट इज टू बी इलेक्टेड। मान लो पंजाब के केस च राज्य सभा तो कोई MP पहुंचना है, तो की होगा, पंजाब की जी असैंबली हैगी वो चुनूगी अपना उरे नुमाइंदा, MP चुनूगी और राज्य सभा पहुंचूगा। सैकेंड स्टेटमेंट के मुताबिक वो है कि ਉਹੀ ਬੰਦਾ ਰਾਜ ਸਭਾ ਦੇ ਵਿੱਚ MP ਦੇ ਤੌਰ ਤੇ ਇਲੈਕਟ ਹੋ ਸਕਦਾ ਹੈ ਜਿਹਦਾ ਵੋਟਰ ਆਈਡੀ ਹੈਗਾ, ਵੋਟਰ ਆਈਡੀ ਐਡਰੈਸ ਜਿਹੜਾ ਹੈਗਾ ਉਹ ਕਿਹਦਾ ਹੋਵੇ, ਪੰਜਾਬ ਦਾ ਹੋਵੇ। ਯਾਨੀ ਕਿ ਵੋਟਰ ਔਨ ਦ ਲਿਸਟ ਆਫ ਵੋਟਰਸ ਇਨ ਦ ਸਟੇਟ, ਜਿਹੜੀ ਸਟੇਟ ਚੋਂ ਉਹ ਚੁਣਨਾ ਚਾਹ ਰਿਹਾ ਹੈ ਉਹਦੇ ਵਿੱਚ ਦਾ ਹੀ ਉਹਦਾ ਵੋਟਰ, ਉਹ ਵੋਟਰ ਲਿਸਟ ਦੇ ਵਿੱਚ ਉਹਦਾ ਨਾਮ। ਇਹ ਸਟੇਟਮੈਂਟ ਸੈਕਿੰਡ ਜਿਹੜੀ ਹੈਗੀ ਹੈ ਇਹ ਇਨਕਰੈਕਟ ਹੈ, ਕਿਉਂਕਿ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਉਹ ਚੁਣੇ ਗਏ ਸੀਗੇ, ਰਾਜ ਸਭਾ ਦੇ ਵਿੱਚ ਚੁਣੇ ਗਏ ਸੀਗੇ ਤੇ ਉਹ ਸਟੇਟ ਆਫ ਅਸਾਮ ਤੋਂ ਚੁਣੇ ਗਏ ਸੀਗੇ, ਤਾਂ ਉਹਨਾਂ ਦਾ ਸਟੇਟ ਆਫ ਅਸਾਮ ਦੇ ਵੋਟਰ ਲਿਸਟ ਦੇ ਵਿੱਚ ਨਾਂ ਨਹੀਂ ਸੀਗਾ। ਉਸ ਤੋਂ ਪਹਿਲਾਂ ਵੀ ਪੰਜਾਬ ਦੀ ਹੁਣ ਗੱਲ ਕਰੀਏ ਆਪਾਂ ਤਾਂ ਰਾਘਵ ਚੱਡਾ ਦੀ ਗੱਲ ਕਰੀਏ, ਰਾਘਵ ਚੱਡਾ ਪੰਜਾਬ ਤੋਂ ਚੁਣੇ ਗਏ ਸੀਗੇ MP ਦੇ ਤੌਰ ਤੇ, ਪਰ ਉਹਨਾਂ ਦੇ ਵੋਟਰ ਲਿਸਟ ਦੇ ਵਿੱਚ ਪੰਜਾਬ ਦੇ ਵਿੱਚ ਨਾਮ ਨਹੀਂ ਸੀਗਾ। ਸੋ ਸਟੇਟਮੈਂਟ 2 ਜਿਹੜੀ ਹੈਗੀ ਹੈ ਉਹ ਕਿਹੜੀ ਹੈ, ਉਹ ਇਨਕਰੈਕਟ ਹੈ ਜੀ। पहली की गल करें शुड बी एटलीस्ट 30 years of age, the answer is yes। फिर गल करिए शुड नॉट होल्ड ऑफिस ऑफ प्रॉफिट, हाँ जी ऑफिस ऑफ प्रॉफिट तो नहीं होल्ड करना अंडर द स्टेट, द आंसर इज यस, बिल्कुल सही गल है। तो 1 and 3 आर करेक्ट। सेकंड स्टेटमेंट ਜਿਹੜੀ ਸੀ ਉਹ ਇਨਕਰੈਕਟ ਸੀ। ਅੱਗੇ ਵਧਦੇ ਆਪਾਂ ਕੁਐਸਚਨ ਨੰਬਰ 19 ਦੇ ਵੱਲ। Which one of the following statements is not correct regarding the power of parliament to legislate on matters in the state list? ਆਪਾਂ ਇਹ ਗੱਲ ਸਮਝਦੇ ਹਾਂ ਕਿ ਪਾਰਲੀਮੈਂਟ ਦਾ ਅਧਿਕਾਰ ਖੇਤਰ ਸਟੇਟ ਦੇ ਅਧਿਕਾਰ ਖੇਤਰ ਤੋਂ ਅੱਡ ਹੈ, ਪਰ ਕੁਝ ਕੰਡੀਸ਼ਨਸ ਇਹੋ ਜਿਹੀਆਂ ਬਣਦੀਆਂ ਨੇ ਜਿਹਦੇ ਵਿੱਚ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਵੀ ਪਾਰਲੀਮੈਂਟ ਲੈਜਿਸਲੇਟ ਕਰ ਸਕਦਾ, ਪਾਰਲੀਮੈਂਟ ਕਾਨੂੰਨ ਬਣਾ ਸਕਦਾ। ਉਹ ਕਿਹੜੇ ਕੇਸ ਬਣਦੇ ਆ? कुछ आर्टिकल्स ਤੁਹਾਨੂੰ याद करके रखने हैं जिन्होंने ते अक्सर सवाल पूछा जाता है। आर्टिकल 249, आर्टिकल 250, आर्टिकल 251, 252 ਤੇ 253। ਇਹ ਪੰਜ ਆਰਟੀਕਲਸ ਨੇ, ਇਹਨਾਂ ਵਿੱਚੋਂ ਖਾਸ ਕਰ 241, 50, 252 ਤੇ 253 ਇਹ ਤਾਂ ਯਾਦ ਰੱਖਣੇ ਡਾਇਰੈਕਟ ਕੁਐਸਚਨ ਪੁੱਛਿਆ ਜਾ ਸਕਦਾ। 249 ਕੀ ਕਹਿੰਦਾ? ਉਹਰੇ ਕਹਿੰਦੇ ਕਿ ਨੈਸ਼ਨਲ ਇੰਟਰਸਟ ਦੇ ਵਿੱਚ
ਨੈਸ਼ਨਲ ਇੰਟਰਸਟ ਦੇ ਵਿੱਚ ਪਾਰਲੀਮੈਂਟ ਜਿਹੜਾ ਹੈਗਾ ਹੈ, ਉਹ ਸਟੇਟ ਸਬਜੈਕਟ ਤੇ ਲੈਜਿਸਲੇਟ ਕਰ ਸਕਦਾ ਹੈ। ਪਰ ਰਾਜ ਸਭਾ ਜੇ ਰੈਜ਼ੋਲੂਸ਼ਨ ਪਾਸ ਕਰੂਗਾ ਬਾਈ 2/3 ਮੈਂਬਰ ਜਿਹੜੇ ਮੌਜੂਦ ਨੇ, 2/3 ਮੈਂਬਰ ਪ੍ਰੈਜ਼ੈਂਟ ਐਂਡ ਵੋਟਿੰਗ, ਜੇ ਉਹ ਰੈਜ਼ੋਲੂਸ਼ਨ ਪਾਸ ਕਰਨਗੇ ਤਾਂ ਹੀ ਪਾਰਲੀਮੈਂਟ ਆਰਟੀਕਲ 249 ਦੇ ਤਹਿਤ ਕੋਈ ਲਾਅ ਬਣਾ ਸਕਦਾ ਹੈ ਔਨ ਐਨੀ ਸਟੇਟ ਸਬਜੈਕਟ ਇਨ ਨੈਸ਼ਨਲ ਇੰਟਰਸਟ। ਤਾਂ ਆਰਟੀਕਲ 249 ਦੇ ਨਾਲ ਜੇ ਕਿਤੇ ਨੈਸ਼ਨਲ ਇੰਟਰਸਟ ਜੁੜਿਆ ਹੋਵੇ ਤਾਂ ਜਾਂ ਫਿਰ ਰਾਜ ਸਭਾ ਦਾ 2/3 ਮੈਜੋਰਿਟੀ ਜੁੜਿਆ ਹੋਵੇ ਤਾਂ ਯੂ ਨੋ ਕਿ ਉਹਦਾ ਆਨਸਰ ਸਹੀ ਹੋਣ ਵਾਲਾ ਹੈ। ਪਰ ਲੈਜਿਸਲੇਟ ਕੌਣ ਕਰੂਗਾ? ਪਾਰਲੀਮੈਂਟ ਕਰੂਗਾ ਜੀ। ਫਿਰ ਆਰਟੀਕਲ 250 ਦੀ ਗੱਲ ਕਰੀਏ, ਪੂਰੇ 250 ਦੀ ਗੱਲ ਉਦੋਂ ਹੋਣੀ ਹੈ ਜਦੋਂ ਐਮਰਜੈਂਸੀ ਲੱਗੀ ਹੋਈ ਹੈ। ਤਾਂ ਪੂਰੇ ਪਾਰਲੀਮੈਂਟ ਕੋਲ ਅਧਿਕਾਰ ਆ ਗਿਆ ਫਿਰ ਕਿਸੇ ਵੀ ਸਬਜੈਕਟ ਤੇ ਫਿਰ ਲਾਅ ਬਣਾ ਸਕਦਾ ਜਦੋਂ ਐਮਰਜੈਂਸੀ ਲੱਗੀ ਹੋਈ ਹੈ। 251 ਦੀ ਗੱਲ ਕਰੀਏ, 251 ਗੱਲ ਕਰਦਾ ਹੈ ਕਿ ਜੇ ਕੋਈ ਵੀ ਲਾਅ ਪਾਰਲੀਮੈਂਟ ਨੇ ਬਣਾਇਆ ਜਾਂ ਸਟੇਟ ਨੇ ਬਣਾਇਆ ਜੇ ਉਹਦੇ ਵਿੱਚ ਕੋਈ ਇਨਕਨਸਿਸਟੈਂਸੀ ਆਈ ਹੋਈ ਹੈ ਤਾਂ ਪਾਰਲੀਮੈਂਟ ਦਾ ਜਿਹੜਾ ਲਾਅ ਹੈ ਉਹ ਪ੍ਰੀਵੇਲ ਕਰੂ। 252 ਗੱਲ ਕਰਦਾ ਹੈ ਕਿ ਉਰੇ ਕੰਸੈਂਟ ਆਫ ਸਟੇਟਸ ਨੇ। ਸਟੇਟਸ ਜੇ ਦੋ ਜਾਂ ਦੋ ਤੋਂ ਵੱਧ ਸਟੇਟਸ ਕੋਈ ਰੈਜ਼ੋਲੂਸ਼ਨ ਪਾਸ ਕਰ ਦਿੰਦੀਆਂ ਹੈ ਔਨ ਅ ਪਾਰਟਿਕੂਲਰ ਮੈਟਰ ਕਿ ਹੁਣ ਇਸ ਤੇ ਅਧਿਕਾਰ ਅਸੀਂ ਆਪਣਾ ਜਿਹੜਾ ਸਾਡਾ ਲਾਅ ਮੇਕਿੰਗ ਦਾ ਸਾਡਾ ਅਧਿਕਾਰ ਸੀਗਾ ਉਹ ਅਸੀਂ ਗਿਵ ਅਪ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਪਾਰਲੀਮੈਂਟ ਇਸ ਤੇ ਕੋਈ ਲਾਅ ਬਣਾ ਕੇ ਦੇ ਦੇ। ਉਹ 252 ਦੇ ਅੰਦਰ ਆਉਂਦਾ। 253 ਹੈ ਇੰਟਰਨੈਸ਼ਨਲ ਐਗਰੀਮੈਂਟਸ ਨੂੰ ਇਨਫੋਰਸ ਕਰਨ ਵਾਸਤੇ ਪਾਰਲੀਮੈਂਟ ਕੋਲ ਪਾਵਰ ਹੈਗੀ ਹੈ ਟੂ ਇੰਪਲੀਮੈਂਟ ਐਨੀ ਲਾਅ ਫॉर ਇੰਪਲੀਮੈਂਟਿੰਗ ਇੰਟਰਨੈਸ਼ਨਲ ਟ੍ਰੀਟੀਜ਼ ਜਾਂ ਫਿਰ ਐਗਰੀਮੈਂਟਸ। 249 इंपॉर्टेंट है दोस्तों, 250 इंपॉर्टेंट है, 252 इंपॉर्टेंट है, 253 ਵੀ ਇੰਪੋਰਟੈਂਟ ਹੈ। ਇਹ ਵੀ ਹੋ ਸਕਦਾ ਹੈ ਕਿ ਇਹਨਾਂ ਚਾਰਾਂ ਆਰਟੀਕਲਸ ਤੇ ਤੁਹਾਨੂੰ ਮੈਚ ਦਾ ਫੋਲੋਇੰਗ ਦੇ ਵਿੱਚ ਕੁਐਸਚਨ ਪੁੱਛਿਆ ਜਾਵੇ ਤਾਂ ਯਾਦ ਰੱਖਿਓ ਇਹ ਇੰਪੋਰਟੈਂਟ ਹੈ, ਇਹਨੂੰ ਸਟਾਰ ਮਾਰਕ ਕਰ। ਹਾਂਜੀ ਚਲੋ ਆਪਾਂ ਆਪਣਾ ਆਨਸਰ ਵੱਲ ਅੱਗੇ ਵਧਦੇ ਹਾਂ ਜੀ। ਰਾਜ ਸਭਾ ਹੈਜ਼ ਟੂ ਡਿਕਲੇਅਰ ਦੈਟ ਇਟ ਵੁੱਡ ਬੀ ਨੈਸੈਸਰੀ ਇਨ ਦਾ ਨੈਸ਼ਨਲ ਇੰਟਰਸਟ। ਹਾਂਜੀ ਹੁਣੇ ਦੱਸਿਆ ਮੈਂ ਇਹ ਕਿਹਦੇ ਨਾਲ ਜੁੜ ਰਿਹਾ 249 ਦੇ ਨਾਲ। A resolution has to be passed by Rajya Sabha by not less than 2/3 of the members who are present and voting. The answer is yes, बिल्कुल सही गल है जी, ये भी आर्टिकल 249 ਨਾਲ ਜੁੜ ਰਿਹਾ ਹੈ। फिर the legislation could be for the whole or any part of the country। ਹਾਂਜੀ ਇਹ ਵੀ ਹੋ ਸਕਦਾ ਜਦੋਂ ਆਪਾਂ ਨੈਸ਼ਨਲ ਐਮਰਜੈਂਸੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਕੇਸ 'ਚ ਇਹ ਲਾਗੂ ਹੋ ਜਾਣਾ ਤਾਂ 250 ਨਾਲ ਇਹਨੂੰ ਮੈਂ ਜੋੜ ਸਕਦਾ। फिर only the Rajya Sabha can make laws with respect to matter in the state list in national interest। ਕਹਿੰਦੇ ਸਿਰਫ ਰਾਜ ਸਭਾ ਕੋਲ ਅਧਿਕਾਰ ਹੈ, ਲੋਕ ਸਭਾ ਕੋਲ ਅਧਿਕਾਰ ਨਹੀਂ ਹੈਗਾ। ਦਿਸ ਇਜ਼ ਇਨਕਰੈਕਟ, ਦਿਸ ਇਜ਼ ਇਨਕਰੈਕਟ। रेजोल्यूशन कौन पास करूंगा? रेजोल्यूशन सिर्फ राज्यसभा ही पास करूंगा अंडर आर्टिकल 249 2/3 मेजोरिटी ਦੇ ਨਾਲ। ਪਰ ਲਾਅ ਕੌਣ ਬਣਾਊਗਾ? ਲਾਅ ਦਾ ਦੋਸਤੋ ਪਾਰਲੀਮੈਂਟ ਨਹੀਂ ਬਣਾਉਣਾ। ਤਾਂ ਇਹ ਡੀ ਜਿਹੜਾ ਹੈਗਾ ਉਹ ਇਨਕਰੈਕਟ ਕਿਉਂ ਹੋਇਆ? ਕਿਉਂਕਿ ਉਰੇ ਓਨਲੀ ਰਾਜ ਸਭਾ ਦੀ ਗੱਲ ਹੋਈ ਹੈ, ਉਰੇ ਪਾਰਲੀਮੈਂਟ ਦੀ ਗੱਲ ਹੋਈ ਤਾਂ ਡੀ ਹੈਪਨਸ ਟੂ ਬੀ ਇਨਕਰੈਕਟ ਇਨ ਦਿਸ ਕੇਸ। ਚਲਿए नेक्स्ट ਅੱਗੇ ਵਧਦੇ ਆਪਾਂ। अदर से रीजन टाइप क्वेश्चन है, recommendations of Rajya Sabha after a money bill is passed by Lok Sabha and transmitted to the Rajya Sabha have to be accepted by the Lok Sabha within 14 days from the receipt of recommendations and then get them incorporated in the bill। एक ही कह रहा है, ਕਹਿੰਦੇ ਰਾਜ ਸਭਾ ਦੇ ਜਿਹੜੀ ਰეკਮੈਂਡੇਸ਼ਨਸ ਨੇ ਜੇ ਮਨੀ ਬਿੱਲ ਪਾਸ ਹੋ ਗਿਆ ਲੋਕ ਸਭਾ ਦੇ ਵਿੱਚ ਤੇ ਉਹ ਰਾਜ ਸਭਾ ਨੂੰ ਟ੍ਰਾਂਸਮਿਟ ਕਰ ਦਿੱਤਾ। ਰਾਜ ਸਭਾ ਦੀ ਰეკਮੈਂਡੇਸ਼ਨ ਜਿਹੜੀ ਹੈਗੀ ਹੈ ਉਹ ਐਕਸੈਪਟ ਕਰਨੀਆਂ ਪੈਣੀਆਂ ਲੋਕ ਸਭਾ ਨੂੰ 14 ਦਿਨਾਂ ਦੇ ਅੰਦਰ ਤੇ ਉਹਨੂੰ ਐਕਸੈਪਟ ਕਰਨ ਤੋਂ ਬਾਅਦ ਬਿੱਲ ਦਾ ਪਾਰਟ ਵੀ ਬਣਾਉਣਾ ਪੈਣਾ। ਇਹ ਆਦਰਸ਼ਨ ਪਹਿਲਾਂ ਕਹਿ ਰਿਹਾ। ਆਪਾਂ ਜਾਣਦੇ ਹਾਂ ਕਿ ਮਨੀ ਬਿੱਲ ਜਿਹੜਾ ਹੈਗਾ ਵਿਚ ਇਜ਼ ਐਕਚੁਅਲੀ ਡਿਫਾਈਨਡ ਅੰਡਰ ਆਰਟੀਕਲ 110। ਮਨੀ ਬਿੱਲ ਜਿਹੜਾ ਹੈਗਾ ਉਹਦੇ ਵਿੱਚ ਰਾਜ ਸਭਾ ਦੀ ਬੜੀ ਲਿਮਿਟਿਡ ਜਾਹੀ ਰੋਲ ਆ। ਰਾਜ ਸਭਾ ਇਜ਼ ਰეკਮੈਂਡੇਟਰੀ ਇਨ ਨੇਚਰ, ਉਹਦੀ ਜਿਹੜੀ ਰეკਮੈਂਡੇਸ਼ਨਸ ਹੈ ਬਾਈਂਡਿੰਗ ਕਿਤੇ ਵੀ ਨਹੀਂ ਹੈ। ਮਨੀ ਬਿੱਲ ਦੇ ਕੇਸ 'ਚ ਜਿਹੜਾ ਰੋਲ ਹੈਗਾ ਉਹ ਲੋਕ ਸਭਾ ਦਾ ਹੀ ਰੋਲ ਹੈ। ਤਾਂ ਆਦਰਸ਼ਨ ਇਹ ਜਿਹੜਾ ਹੈਗਾ ਇਹ ਹੈਗਾ ਇਨਕਰੈਕਟ। then money bill cannot be introduced in राज्य सभा। ਇਹ ਵੀ ਬਿਲਕੁਲ ਸਹੀ ਹੈ ਜੀ, ਆਰਟੀਕਲ 110 ਹੈ ਮਨੀ ਬਿੱਲ ਨਾਲ ਡੀਲ ਕਰਦਾ। ਲੋਕ ਸਭਾ ਦੇ ਵਿੱਚ ਇੰਟਰੋਡਿਊਸ ਹੋ ਸਕਦਾ ਹੈ, ਰਾਜ ਸਭਾ ਦੇ ਵਿੱਚ ਕਿਤੇ ਵੀ ਇਹ ਇੰਟਰੋਡਿਊਸ ਨਹੀਂ ਹੋ ਸਕਦਾ। ਤਾਂ A is false but R is true, so D is the right answer।
ਉਸ ਤੋਂ ਬਾਅਦ ਅੱਗੇ ਵਧਦੇ ਆਪਾਂ, ਵਿਚ ਆਫ ਦ ਫੋਲੋਇੰਗ ਆਰ ਐਕਸਕਲੂਸਿਵ ਪਾਰਟਸ ਆਫ ਲੋਕ ਸਭਾ ਇਨ ਕੰਪੈਰੀਜ਼ਨ ਟੂ ਰਾਜ ਸਭਾ। ਕਿ ਇਹ ਕੁਝ ਪਾਰਟਸ ਨੇ ਲੋਕ ਸਭਾ ਕੋਲ ਹੀ ਨੇ, ਰਾਜ ਸਭਾ ਕੋਲੇ ਪਾਰਟਸ ਹੈ ਨਹੀਂ। ਮਨੀ ਬਿਲ ਕੈਨ ਓਨਲੀ ਬੀ ਇੰਟਰੋਡਿਊਸ ਇਨ ਦੀ ਹਾਊਸ ਆਫ ਪੀਪਲ ਜਾਂ ਫਿਰ ਲੋਕ ਸਭਾ। ਦੇ ਆਂਸਰ ਇਜ਼ ਯੈਸ, ਪਿਛਲੇ ਸਵਾਲ ਵਿੱਚ ਆਪਾਂ ਕਵਰ ਕੀਤਾ ਹੈ। ਫਿਰ ਰਿਗਾਰਡਿੰਗ ਦੀ ਰਿਜੈਕਸ਼ਨ ਔਰ ਅਮੈਂਡਮੈਂਟ ਆਫ ਮਨੀ ਬਿਲ, ਮਨੀ ਬਿਲ ਨੂੰ ਰਿਜੈਕਟ ਕਰਨਾ ਜਾਂ ਉਹਨੂੰ ਅਮੈਂਡ ਕਰਨਾ, ਇਹ ਕਿਹਦਾ ਅਧਿਕਾਰ ਖੇਤਰ ਹੈ? ਇਹ ਵੀ ਲੋਕ ਸਭਾ ਦਾ ਅਧਿਕਾਰ ਖੇਤਰ ਹੈ। ਰਾਜ ਸਭਾ ਦਾ ਇਹਦੇ ਵਿੱਚ ਕੋਈ ਰੋਲ ਨਹੀਂ। ਰਾਜ ਸਭਾ ਦਾ ਸਿਰਫ ਇੰਨਾ ਕੁ ਰੋਲ ਹੈ ਕਿ ਜਦੋਂ ਉਹਨਾਂ ਨੂੰ ਬਿੱਲ ਟ੍ਰਾਂਸਮਿਟ ਕੀਤਾ ਗਿਆ, ਵਿਦਿਨ 14 ਡੇਜ਼ ਉਹਨਾਂ ਨੂੰ ਆਪਣੇ ਰეკਮੈਂਡੇਸ਼ਨਸ ਦੇਣੀ ਹੈ। ਪਰ ਉਹ ਰეკਮੈਂਡੇਸ਼ਨਸ ਲੋਕ ਸਭਾ ਤੇ ਬਾਈਂਡਿੰਗ ਨਹੀਂ ਹੈਗੀ। ਲੋਕ ਸਭਾ ਐਕਸੈਪਟ ਕਰਨਾ ਚਾਹੇ ਤਾਂ ਕਰ ਸਕਦਾ ਹੈ, ਪਰ ਨਾ ਚਾਹੇ ਤਾਂ ਨਹੀਂ ਕਰ ਸਕਦਾ। ਦੈਨ ਥਰਡ, ਅਕਾਊਂਟੇਬਿਲਿਟੀ ਆਫ ਕਾਉਂਸਿਲ ਆਫ ਮਿਨਿਸਟਰਸ। फोर्थ है कंसर्निंग द क्रिएशन ऑफ वन और मोर ऑल इंडिया सर्विसेज। थर्ड की गल करिए अकाउंटेबिलिटी ऑफ काउंसिल ऑफ मिनिस्टर, और आप गल करते हैं नो कॉन्फिडेंस मोशन। नो कॉन्फिडेंस मोशन की गल करिए, आप सेंस्योर मोशन की गल करिए। इस सेंस्योर मोशन हो गया, नो कॉन्फिडेंस मोशन हो गया, कितने इंट्रोड्यूस किए जा सकते हैं? ये सिर्फ और सिर्फ लोक सभा में इंट्रोड्यूस किए जा सकते हैं। ये राज्य सभा इंट्रोड्यूस नहीं किए जा सकते। क्यों? आर्टिकल 75 पढ़ो दोस्तों। आर्टिकल 75 की कहता है कि काउंसिल ऑफ मिनिस्टर इज रिस्पॉन्सिबल टू हाउस ऑफ पीपल। हाउस ऑफ पीपल की है लोक सभा। अकाउंटेबिलिटी भी कितने इंश्योर होगी? आर्टिकल 75 के मुताबिक हाउस ऑफ पीपल ਦੇ ਵਿੱਚ ਹੋਗੀ। ਲੋਕ ਸਭਾ ਕੋਲ ਐਕਸਕਲੂਸਿਵ ਪਾਵਰ ਹੈ, ਰਾਜ ਸਭਾ ਕੋਲੇ ਪਾਵਰ ਨਹੀਂ ਹੈਗੀ। चौथा पॉइंट है कंसर्निंग द क्रिएशन ऑफ वन और मोर ऑल इंडिया सर्विसेज। ऑल इंडिया सर्विसेज एग्जांपल आईएएस, आईपीएस, इंडियन फॉरेस्ट सर्विसेज, फॉरेन नहीं फॉरेस्ट सर्विसेज की गल कर रहा हूं। ये ऑल इंडिया सर्विसेज ने इन्हां दी क्रिएशन की गल करिए तां ये जिहड़ी पावर हैगी है, ये आर्टिकल 312 कहता है कि ये एक्सक्लूसिवली पावर दी गई है किनू? राज्य सभा। एक काउंसिल ऑफ स्टेट को पावर है, हाउस ऑफ पीपल को पावर नहीं है, राज्य सभा को पावर है। अब फोर्थ स्टेटमेंट जी हैगी है वो इनकरेक्ट है। 1 2 3 जिहड़ा है राइट आंसर है। नेक्स्ट गल करते हैं इस तो बाद आपां अगे, which one of the following statements correctly describe the fourth schedule of the constitution of India? चौथे schedule की गल किहड़े ऑप्शन ਦੇ ਵਿੱਚ ਕੀਤੀ ਜਾਂਦੀ है? ਪਹਿਲਾਂ ਵੀ ਆਪਾਂ ਇਹ ਕੁਐਸਚਨ ਕੀਤਾ ਸੀਗਾ। ਸੈਕੰਡ ਸ਼ਡਿਊਲ ਦੀ ਗੱਲ ਕੀਤੀ, ਥਰਡ ਦੀ ਗੱਲ ਕੀਤੀ ਸੀ, ਫੋਰਥ ਦੀ ਵੀ ਗੱਲ ਕੀਤੀ ਸੀ। ਯਾਦ ਕਰੋ ਫੋਰਥ ਦੇ ਵਿੱਚ ਮੈਂ ਕੀ ਕਿਹਾ ਸੀਗਾ ਕਿ ਉਹ ਡੀਲ ਕਰਦਾ, ਫੋਰਥ ਸ਼ਡਿਊਲ ਜਿਹੜਾ ਹੈਗਾ ਉਹ ਡੀਲ ਕਰਦਾ ਵਿਦ ਦ ਐਲੋਕੇਸ਼ਨ ਆਫ ਸਟੇਟ, ਐਲੋਕੇਸ਼ਨ ਆਫ ਸੀਟ ਸੌਰੀ ਇਨ राज्य सभा या फिर काउंसिल ऑफ स्टेट्स। ਤਾਂ डी इज द राइट आंसर। सी क्यों नहीं हैगा? क्योंकि उरे गल हो जानी है फिफ्थ शेड्यूल एरिया, फिफ्थ एरियाज दी सिक्स शेड्यूल एरियाज की गल होनी है। फिर आप गल करांगे लैंग्वेजेस की गल करांगे, ये थोड़े 8th शेड्यूल एरिया दे विच आ जाना है। 8th शेड्यूल की गल हो जानी है। तो जब आप डिस्ट्रीब्यूशन ऑफ पावर की गल करांगे तो आप 7th शेड्यूल की गल करांगे। स्टेट सब्जेक्ट यूनियन सब्जेक्ट की गल करते हैं, कॉन्करेंट की गल करते हैं, तो उस 7th शेड्यूल रेट पड़ जाना। तो डी हैपन्स टू बी दी राइट आंसर इन दिस केस। नेक्स्ट अगे बढ़ते हैं जी आप। हाँ जी, क्वेश्चन नंबर 23, द चेयरमैन एंड द डेप्यूटी चेयरमैन ऑफ राज्य सभा आर नॉट द मेंबर ऑफ दैट हाउस। Second, while the nominated members of both houses of parliament have no voting right in the presidential election, they have right to vote in the election of vice president। ਪ੍ਰੈਜ਼ੀਡੈਂਟ ਯਾਦ ਕਰੋ ਆਪਣੀ ਪੁਰਾਣੀ ਵੀਡੀਓਜ਼ ਦੇ ਵਿੱਚ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚ ਇਲੈਕਟਿਡ ਮੈਂਬਰਸ ਜਿਹੜੇ ਹੈਗੇ ਆ ਉਹ ਪਾਰਟਿਸਿਪੇਟ ਕਰਦੇ, ਨੋਮੀਨੇਟਿਡ ਮੈਂਬਰ ਪਾਰਟਿਸਿਪੇਟ ਨਹੀਂ ਕਰਦੇ। पहली स्टेटमेंट पढ़ो, द चेयरमैन एंड द डिप्टी चेयरमैन ऑफ द राज्य सभा आर नॉट द मेंबर्स ऑफ द हाउस। चेयरमैन साहब जिहड़े हैगे वो कौन ने? वो वाइस प्रेसिडेंट साहब। वाइस प्रेसिडेंट इज नॉट द मेंबर ऑफ द हाउस। वाइस प्रेसिडेंट ਨੂੰ ਚੁਣਿਆ ਨਹੀਂ ਜਾਂਦਾ ਹੈਗਾ, ਤਾਂ ਐਮਪੀ ਨਹੀਂ ਹੈਗੇ। ਪਰ ਡਿਪਟੀ ਚੇਅਰਮੈਨ ਜਿਹੜੇ ਹੈਗੇ ਉਹ ਹਾਊਸ ਦਾ ਮੈਂਬਰ ਦੇ ਹੀ ਹੁੰਦੇ ਆ। ਤਾਂ ਪਹਿਲੀ ਸਟੇਟਮੈਂਟ ਤਾਂ ਕਰਕੇ ਰੋਂਗ ਹੋ ਜਾਂਦੀ। ਸੈਕੰਡ ਜੀ, while the nominated members of both houses of parliament have no voting right in the presidential election, जो कि सही है, they have a right to vote in the
ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੁੰਦਾ ਹੈ, ਉਦੋਂ ਉਹਨਾਂ ਦਾ ਰਾਈਟ ਹੁੰਦਾ। ਦੀ ਆਨਸਰ ਇਜ਼ ਯੈਸ, B is the right answer in this case. Next, which one of the following provisions deal with the privileges and immunities of members of parliament under the Constitution of India? Very important. ਇਹ ਆਰਟੀਕਲ ਤੋਂ ਡਾਇਰੈਕਟਲੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਜੀ। ਆਰਟੀਕਲ ਹੈਗਾ 105। ਆਰਟੀਕਲ 105 ਕਿਹਦੇ ਨਾਲ ਡੀਲ ਕਰਦਾ ਹੈ? ਪ੍ਰਿਵਿਲੇਜ ਤੇ ਇਮਿਊਨਿਟੀਜ਼ ਨਾਲ। ਜੇ ਪ੍ਰਿਵਿਲੇਜ ਇਮਿਊਨਿਟੀਜ਼ ਨਾ ਹੋਣ ਤਾਂ ਇੱਕ ਫੇਅਰ ਫਾਰਮ ਚ ਜਾਂ ਫ੍ਰੀ ਫਾਰਮ ਦੇ ਵਿੱਚ ਉਰੇ ਡਿਬੇਟਸ ਨਹੀਂ ਹੋ ਸਕਦੇ। ਉਰੇ ਤੁਸੀਂ ਦੇਖੋ ਕਿ ਗਵਰਨਮੈਂਟ ਨੂੰ ਅਕਾਊਂਟੇਬਲ ਨਹੀਂ ਠਹਿਰਾਇਆ ਜਾ ਸਕਦਾ। ਜਦੋਂ ਆਪਾਂ ਆਰਟੀਕਲ 105 ਦੀ ਗੱਲ ਕਰਦੇ ਹਾਂ ਤਾਂ ਉਰੇ ਆਪਾਂ ਇੰਡੀਵਿਜੂਅਲ ਪ੍ਰਿਵਿਲੇਜ ਦੀ ਵੀ ਗੱਲ ਕਰਦੇ ਹਾਂ ਤੇ ਉਰੇ ਆਪਾਂ ਕਲੈਕਟਿਵ ਪ੍ਰਿਵਿਲੇਜ ਦੀ ਵੀ ਗੱਲ ਕਰਦੇ ਹਾਂ। ਹਾਊਸ ਦੇ ਪ੍ਰਿਵਿਲੇਜ ਉਹਦੇ ਵਿੱਚ ਕੋਈ ਵੀ ਬਾਹਰਲਾ ਬੰਦਾ ਦਖਲਅੰਦਾਜ਼ੀ ਨਹੀਂ ਕਰ ਸਕਦਾ, ਕੋਈ ਕੋਰਟ ਦਖਲਅੰਦਾਜ਼ੀ ਨਹੀਂ ਕਰ ਸਕਦੀ। ਆਰਟੀਕਲ 105 ਜਿਹੜਾ ਹੈਗਾ ਉਹ ਪ੍ਰੋਟੈਕਟ ਕਰਦਾ, ਉਹ ਸ਼ੀਲਡ ਕਰਦਾ ਹੈ ਐਮਪੀਜ਼ ਨੂੰ, so that they can actually execute their work in free and fair manner without any pressure from any outside authority. Article 105 is the right answer. Next, under which article of the Constitution have the court been prohibited from inquiring into the proceedings of the parliament? ਹੁਣ ਆਪਾਂ ਗੱਲ ਕੀਤੀ ਸੀਗੀ ਸਟਾਰਟਿੰਗ ਦੀ ਵੀਡੀਓਜ਼ ਦੀ ਵੀ ਗੱਲ ਕਰੀਏ ਤਾਂ ਆਪਾਂ ਆਰਟੀਕਲਸ ਦੀ ਵੀ ਗੱਲ ਬਾਤ ਚ ਕਰਦੇ ਹਾਂ। ਆਪਾਂ ਇੱਕ ਪ੍ਰਿੰਸੀਪਲ ਦੀ ਗੱਲ ਕੀਤੀ ਸੀ ਜੋ ਕਿ ਹੈ ਸੈਪਰੇਸ਼ਨ ਆਫ ਪਾਵਰ। ਐਗਜ਼ੀਕਿਊਟਿਵ, ਲੈਜਿਸਲੇਚਰ ਐਂਡ ਜੁਡੀਸ਼ਰੀ, ਆ ਤਿੰਨ ਆਰਗਨਸ ਬਣੇ ਹੋਏ ਆ ਜਿਨ੍ਹਾਂ ਦਾ ਕੰਮ ਹੈਗਾ ਕਿ ਆਪਣੀ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਉਹ ਸਮੂਥ ਵਿੱਚ ਫੰਕਸ਼ਨ ਕਰੇ। ਸੈਪਰੇਸ਼ਨ ਆਫ ਪਾਵਰ ਕਿੱਦਾਂ ਐਕਟ ਕਰਦਾ ਹੈ ਕਿ ਇਹ ਤਿੰਨ ਇੰਡੀਪੈਂਡੈਂਟਲੀ ਕੰਮ ਕਰਨ ਤੇ ਇਹਨਾਂ ਚੋਂ ਕੋਈ ਵੀ ਇੱਕ ਆਰਗਨ ਬਾਕੀ ਦੋ ਨੂੰ ਸਬਜੂਗੇਟ ਨਾ ਕਰਨਾ ਸ਼ੁਰੂ ਕਰ ਦੇ, ਆਲ ਪਾਵਰਫੁਲ ਨਾ ਬਣਨਾ ਸ਼ੁਰੂ ਹੋ ਜਾਏ। ਤਾਂ ਉਰੇ ਆਰਟੀਕਲ 122 ਕੰਮ ਆਉਂਦਾ ਹੈ, ਆਰਟੀਕਲ 121 ਕੰਮ ਆਉਂਦਾ ਹੈ। ਇਹਨਾਂ ਦੋਹਾਂ ਆਰਟੀਕਲ ਸੇ ਡਾਇਰੈਕਟਲੀ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਮੈਂ ਦੋਹਾਂ ਦੀ ਗੱਲ ਉਰੇ ਕਰਨ ਲੱਗਾ। ਆਰਟੀਕਲ 122 ਜਿਹੜਾ ਹੈਗਾ ਦੋਸਤੋ, ਇਹਦੀ ਗੱਲ ਕਰਾਂ ਤਾਂ ਇਹ ਦੇ ਬਾਹਰ ਐਨੀ ਕੋਰਟਸ, ਕੋਈ ਵੀ ਕੋਰਟ ਹੈਗੀ ਹੈ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਜੋ ਵੀ ਪ੍ਰੋਸੀਡਿੰਗਸ ਚੱਲ ਰਹੀਆਂ ਉਹਨਾਂ ਵਿੱਚ ਕੋਈ ਇਨਕੁਆਇਰੀ ਲੈ ਕੇ ਆਵੇ। ਆਰਟੀਕਲ 122 bars the interference from the courts. ਆਰਟੀਕਲ 121 ਜਿਹੜਾ ਹੈਗਾ ਉਹ ਉਲਟਾ ਕਰ। ਆਰਟੀਕਲ 121 ਕੀ ਕਹਿੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਜੱਜ ਦੇ ਕੋਈ ਐਗਜ਼ੀਕਿਊਟ ਆਰਡਰ ਉਹਨਾਂ ਨੇ ਐਗਜ਼ੀਕਿਊਟ ਕੀਤਾ ਹੈ, ਕੁਝ ਕੀਤਾ, ਉਹਦੇ ਬਾਰੇ ਡਿਸਕਸ਼ਨ ਨਹੀਂ ਹੋ ਸਕਦੀ। ਉਹ ਕਦ ਡਿਸਕਸ਼ਨ ਹੋਊਗੀ ਸਿਰਫ ਉਸ ਕੇਸ ਦੇ ਵਿੱਚ ਜਦੋਂ ਜੱਜ ਦੇ ਰਿਮੂਵਲ ਦੀ ਗੱਲ ਹੋ ਰਹੀ ਹੈ। ਨਾਰਮਲ ਸਰਕਮਸਟੈਂਸਸ ਦੇ ਵਿੱਚ ਕੋਈ ਵੀ ਡਿਸਕਸ਼ਨ ਉਸ ਜੱਜ ਦੇ ਕੰਡਕਟ ਦੇ ਬਾਰੇ ਕੋਈ ਵੀ ਪਾਰਲੀਮੈਂਟ ਦੇ ਵਿੱਚ ਨਹੀਂ ਹੋ ਸਕਦੀ। ਤਾਂ 122 ਕੀ ਕਹਿੰਦਾ ਕਿ ਪਾਰਲੀਮੈਂਟਰੀ ਪ੍ਰੋਸੀਡਿੰਗਸ ਦੇ ਵਿੱਚ ਕੋਈ ਵੀ ਕੋਰਟ ਜਿਹੜੀ ਹੈਗੀ ਉਹ ਇਨਕੁਆਇਰੀ ਨਹੀਂ ਕਰ ਸਕਦੀ। 121 ਕੀ ਕਹਿੰਦਾ ਹੈ? 121 ਕਹਿੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਜੱਜ ਦੇ ਕੰਡਕਟ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੋਗੀ, ਬੈਰਿੰਗ ਦੀ ਇੰਸਟੈਂਸ ਕਿ ਜੇ ਉਹਦੀ ਰਿਮੂਵਲ ਦੀ ਗੱਲ ਹੋ ਰਹੀ ਹੈ, ਸਿਰਫ ਉਸ ਕੇਸ ਵਿੱਚ ਉਹ ਪਰਮਿਟਡ ਹੈ। ਤਾਂ B is the right answer ਦੋਸਤੋ। 122 ਨੂੰ ਯਾਦ ਕਰ ਲਓ, 121 ਨੂੰ ਯਾਦ ਕਰ ਲਓ, ਇਹ ਇੰਪੋਰਟੈਂਟ ਆਰਟੀਕਲਸ ਨੇ, ਡਾਇਰੈਕਟਲੀ ਕੁਐਸਚਨ ਇੱਥੋਂ ਪੁੱਛਿਆ ਜਾ। Next, who among the following has the right to vote in the election of to both ਲੋਕ ਸਭਾ ਤੇ ਰਾਜ ਸਭਾ? ਲੋਕ ਸਭਾ ਦੇ ਵਿੱਚ ਵੀ ਅਧਿਕਾਰ ਹੈਗਾ ਉਹਨਾਂ ਨੂੰ ਵੋਟ ਕਰਨ ਦਾ ਤੇ ਰਾਜ ਸਭਾ ਦੇ ਵਿੱਚ ਵੀ ਅਧਿਕਾਰ ਹੈਗਾ। ਪਹਿਲਾ ਆਪਸ਼ਨ ਹੈ ਇਲੈਕਟਿਡ ਮੈਂਬਰਸ ਆਫ ਦਾ ਲੋਅਰ ਹਾਊਸ ਆਫ ਦਾ ਪਾਰਲੀਮੈਂਟ, ਪਰ ਜੇ ਲੋਅਰ ਹਾਊਸ ਆਫ ਪਾਰਲੀਮੈਂਟ ਹੈ ਤਾਂ ਉਹਦੇ ਵਿੱਚ ਰਾਜ ਸਭਾ ਦਾ ਕੋਈ ਵੀ ਰੋਲ ਨਹੀਂ ਹੋਊਗਾ। ਰਾਜ ਸਭਾ ਦੇ ਵਿੱਚ ਚੁਣ ਕੇ ਐਮਪੀ ਕੌਣ ਭੇਜਦਾ ਹੈ? state legislative assembly पे दिया दोस्तों। then elected members of the upper house of the parliament, then elected members of the upper house of the state legislative council ਦੀ ਗੱਲ ਹੋ ਰਹੀ ਹੈ। ਫਿਰ elected members of the lower house of the state legislature। ਹੁਣ elected members of lower house ਦੀ ਗੱਲ ਕਰੀਏ ਤਾਂ ਉਰੇ ਆਪਾਂ MLAs ਦੀ ਗੱਲ ਕਰ ਰਹੇ ਹਾਂ। ਤਾਂ ਕੀ MLAs ਚੁਣ ਕੇ indirectly MP to ਰਾਜ ਸਭਾ ਭੇਜ ਸਕਦੇ ਆ? ਧਿਆਨ ਦੇ ਸੀਰੀਅਸ। ਫਿਰ ਕੀ MLA MP ਦੀ ਜਿਹੜੀ ਚੋਣ ਹੁੰਦੀ ਹੈ ਲੋਕ ਸਭਾ ਲਈ ਉਹਦੇ ਵਿੱਚ ਵੋਟ ਕਰ ਸਕਦਾ ਹੈ? ਧਿਆਨ ਦੇ ਸੀਰੀਅਸ। ਤਾਂ D is the right answer in this case। ਇਹ ਕੁਐਸਚਨ ਥੋੜਾ ਟ੍ਰਿਕੀ ਹੋ ਸਕਦਾ ਸੀਗਾ, ਬਟ ਲੌਜੀਕਲੀ ਤੇ ਬਿਲਕੁਲ ਕਾਮਨ ਸੈਂਸ ਯੂਜ਼ ਕਰੋਗੇ ਤਾਂ ਇਹਦਾ ਆਨਸਰ ਬਿਲਕੁਲ ਸਹੀ ਹੋਣਾ ਸੀ।
चलिए नेक्स्ट गल करते हैं इस तो बाद क्वेश्चन नंबर 27 अंडर विच आर्टिकल ऑफ द कॉन्स्टिट्यूशन कैन पार्लियामेंट मेक लॉ ऑन स्टेट लिस्ट सब्जेक्ट फॉर गिविंग इंटरनेशनल एग्रीमेंट इंटरनेशनल एग्रीमेंट दोस्तों मैं तुहानू पूछा सी क्या सीगा कि 249 ਤੁਸੀਂ याद करना है 250 याद करना है 252 याद करना है 253 याद करना हाँ जी क्वेश्चन में ਆਪਾਂ ਕੀਤਾ ਸੀ 249 ਕਿਹਦੇ ਨਾਲ ਲਿੰਕ ਹੁੰਦਾ ਹੈ ਨੈਸ਼ਨਲ ਇੰਟਰਸਟ ਦੇ ਨਾਲ 250 ਐਮਰਜੈਂਸੀ ਦੇ ਨਾਲ 252 ਜਦੋਂ ਦੋ ਜਾਂ ਦੋ ਤੋਂ ਵੱਧ ਸਟੇਟਸ ਜਿਹੜੀ ਹੈਗੀਆਂ ਉਹ ਰੈਜ਼ੋਲੂਸ਼ਨ ਪਾਸ ਕਰ ਦੇਣ ਕਿ ਅਸੀਂ ਇਸ ਇਸ਼ੂ ਤੇ ਇੱਕ ਪਾਰਲੀਮੈਂਟ ਵੱਲੋਂ ਲਾਅ ਚਾਹੁੰਦੇ ਹਾਂ 253 ਜਿਹੜਾ ਹੈਗਾ 253 ਪਾਰਲੀਮੈਂਟ ਕੋਲ ਅਧਿਕਾਰ ਹੈਗਾ ਟੂ ਇਨਫੋਰਸ या to frame a law to give effect to an international agreement. D is the right answer. Next, at which of the following stages the general discussion on a bill takes place in Lok Sabha? Lok Sabha ਦੇ ਵਿੱਚ ਜਦੋਂ ਬਿੱਲ ਪਾਸ ਹੋ ਰਿਹਾ ਹੁੰਦਾ ਹੈ ਉਹਦੀ ਗੱਲ ਹੋ ਰਹੀ ਹੈ ਉਹਨਾਂ ਦੇ ਸਟੇजेस ਦੀ ਗੱਲ ਹੋ ਰਹੀ ਹੈ ਤਾਂ ਉਹਦੇ ਆਪਾਂ ਦੇਖਾਂਗੇ ਕਿ ਜਦੋਂ ਬਿੱਲ ਇੰਟਰੋਡਿਊਸ ਹੁੰਦਾ ਹੈ ਉਹ ਪਹਿਲੀ ਸਟੇਜ ਹੁੰਦੀ ਹੈ ਉਹਦੀ ਉਹਦੇ ਵਿੱਚ ਕੋਈ ਵੀ ਡਿਸਕਸ਼ਨ ਨਹੀਂ ਹੁੰਦੀ ਉਦੋਂ ਉਹ ਬਿੱਲ ਇੰਟਰੋਡਿਊਸ ਹੋਇਆ ਸੈਕੰਡ ਸਟੇਜ ਜਿਹੜਾ ਹੁੰਦਾ ਹੈ ਉਹਦੇ ਵਿੱਚ ਡੈਲੀਬਰੇਸ਼ਨ ਹੁੰਦੀ ਹੈ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਜਨਰਲ ਡਿਸਕਸ਼ਨ ਹੁੰਦੀ ਹੈ ਉਸੇ ਸਟੇਜ ਦੇ ਵਿੱਚ ਜੇ ਹਾਊਸ ਇਜ਼ if house is not satisfied then that bill goes to the committee stage ਵੀ second stage ਦਾ ਹੀ part फिर कमेटी ਦੀ ਜਿਹੜੇ ਰეკਮੈਂਡੇਸ਼ਨਸ ਹੈ ਉਹਨੂੰ ਇਨਕੋਰਪੋਰੇਟ ਕੀਤਾ ਜਾਂਦਾ ਕਲੌਜ਼ ਬਾਈ ਕਲੌਜ਼ VOTING ਹੁੰਦੀ ਹੈ ਕਲੌਜ਼ ਬਾਈ ਕਲੌਜ਼ VOTING ਹੁੰਦੀ ਹੈ ਸੈਕੰਡ ਸਟੇਜ ਦਾ ਹੀ ਪਾਰਟ ਹੈ ਕਲੌਜ਼ ਬਾਈ ਕਲੌਜ਼ ਡਿਸਕਸ਼ਨ ਹੁੰਦੀ ਹੈ ਥਰਡ ਸਟੇਜ ਜਿਹੜੀ ਹੁੰਦੀ ਹੈ ਉਹਦੇ ਵਿੱਚ ਜੋ ਹੁਣ ਬਿੱਲ ਉਰੇ ਰੈਡੀ ਹੋ ਚੁੱਕਾ ਹੈ ਸੈਕੰਡ ਸਟੇਜ ਦੇ ਐਂਡ ਤੇ ਉਹਨੂੰ ਵੋਟ ਲਈ ਰੱਖਿਆ ਜਾਂਦਾ ਹੈ ਜਾਂ ਤਾਂ ਐਕਸੈਪਟ ਹੋਊਗਾ ਜਾਂ ਉਹ ਰਿਜੈਕਟ ਇਸ ਤੋਂ ਬਾਅਦ ਫਿਰ ਉਹ ਸਿਗਨੇਚਰ ਲਈ ਜਾਂਦਾ ਹੈ ਫੋਰਥ ਸਟੇਜ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਸਾਹਿਬ ਦੇ ਸਿਗਨੇਚਰ ਫਿਰ ਉਹ ਐਕਟ ਪਾਸ ਤਾਂ ਜਦੋਂ ਜਨਰਲ ਡਿਸਕਸ਼ਨ ਦੀ ਗੱਲ ਕਰੀਏ ਤਾਂ ਕਿਹੜੀ ਸਟੇਜ ਦੇ ਵਿੱਚ ਹੁੰਦਾ ਉਹ ਹੁੰਦਾ ਡਿਊਰਿੰਗ ਦੀ ਸੈਕੰਡ ਰੀਡਿੰਗ ਆਫ ਦੀ ਬਿੱਲ ਨੈਕਸਟ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਆਪਾਂ with reference to the joint sitting of the parliament which statements are correct Article 109 provides for joint sitting of the both houses in certain cases. Last video ਵਿੱਚ ਵੀ ਆਪਾਂ ਕੀਤਾ ਸੀਗਾ ਕਿ 109 ਜਿਹੜਾ ਹੈਗਾ ਉਹ ਨਹੀਂ ਪ੍ਰੋਵਾਈਡ ਕਰਦਾ ਜੁਆਇੰਟ ਸਿਟਿੰਗ ਦੀ ਜੁਆਇੰਟ ਸਿਟਿੰਗ ਲਈ ਕੌਣ ਪ੍ਰੋਵਾਈਡ ਕਰਦਾ ਹੈ ਆਰਟੀਕਲ 108 ਇਹ ਆਰਟੀਕਲਸ ਇੰਪੋਰਟੈਂਟ ਨੇ ਇਹ ਥੋੜੇ ਟਿਪ ਤੇ ਯਾਦ ਹੋਣੇ ਚਾਹੀਦੇ ਤੁਹਾਨੂੰ so statement 1 is incorrect then speaker presides the joint sitting of the two houses of the parliament the answer is yes ਸਪੀਕਰ ਜਿਹੜਾ ਹੈਗਾ ਜੇਕਰ ਜੁਆਇੰਟ ਸਿਟਿੰਗ ਹੋ ਜੇ ਤਾਂ ਸਪੀਕਰ ਹੀ ਪ੍ਰੈਸਾਈਡ ਕਰਦਾ ਓਨਲੀ 2 ਇਜ਼ ਦੀ ਰਾਈਟ ਆਂਸਰ ਕਿ ਡੈਡਲੌਕ ਹੋ ਗਿਆ 30 ਅਗੇਨ ਡੀਲਿੰਗ ਵਿਦ ਜੁਆਇੰਟ ਸਿਟਿੰਗ a deadlock between Lok Sabha and Rajya Sabha calls for a joint sitting of the parliament during the passage of which of the following bills ਕਹਿੰਦੇ ਕਿਹੜੇ ਕੇਸਿਸ ਤੇ ਡੈਡਲੌਕ ਆ ਗਿਆ ਦੋ ਹਾਊਸਸ ਦੇ ਵਿੱਚ ਕਿਹੜੇ ਕੇਸਿਸ ਵਿੱਚ ਇੱਕ ਜੁਆਇੰਟ ਸਿਟਿੰਗ ਬਿਠਾਈ ਜਾ ਸਕਦੀ ਹੈ पहला है ऑर्डिनरी लेजिस्लेशन है जी सेकंड मनी बिल है तीसरा हैगा कॉन्स्टिट्यूशन अमेंडमेंट बिल केड़े केस च कहा जाता है कि जॉइंट सेटिंग बिठाई जा सकती है हुण लॉजिकली सोचना मनी बिल की गल करिए तो मनी बिल 100 आर्टिकल 110 ਦੇ ਵਿੱਚ ਡਿਫਾਈਨਡ ਹੈ ਤੇ ਮਨੀ ਬਿਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜ਼ਿਆਦਾ ਰੋਲ ਐਂਡ ਰਿਸਪੌਂਸਿਬਿਲਟੀ ਕਿਹਦੀ ਹੈ ਉਹ ਹੈਗੀ ਲੋਕ ਸਭਾ ਦੀ ਰਾਜ ਸਭਾ ਦੀ ਬੜੀ ਮਿਨੀਮਲ ਸੀ ਰਿਸਪੌਂਸਿਬਿਲਟੀ ਤੇ ਮਿਨੀਮਲ ਰਿਸਪੌਂਸਿਬਿਲਟੀ ਹੈਗੀ ਤਾਂ ਫਿਰ ਜੁਆਇੰਟ ਸਿਟਿੰਗ ਕਿਉਂ ਬਿਠਾਣੀ ਤਾਂ ਸਟੇਟਮੈਂਟ 2 ਜਿਹੜੀ ਹੈਗੀ ਹੈ ਉਹ ਆਟੋਮੈਟਿਕਲੀ ਹੋਗੀ ਇਨਕਰੈਕਟ 3 ਦੀ ਗੱਲ ਕਰੀਏ ਕਨਸਟੀਟਿਊਸ਼ਨ ਅਮੈਂਡਮੈਂਟ ਬਿਲ ਹੁਣ ਇੱਕ ਗੱਲ ਦੇਖੋ ਦੋਸਤੋ ਲੋਕ ਸਭਾ ਦੀ ਸਟਰੈਂਥ ਹੈਗੀ ਹੈ 543 ਰਾਜ ਸਭਾ ਦੀ ਗੱਲ ਕਰਾਂ ਤਾਂ ਨੀਅਰਲੀ 252 ਇਹਨਾਂ ਦੋਹਾਂ ਦੀ ਗੱਲ ਕਰਾਂ ਤਾਂ ਜੇ ਮੰਨ ਲਓ ਲੋਕ ਸਭਾ ਦੇ ਵਿੱਚ ਇੱਕ ਕਿਸੇ ਸਰਕਾਰ ਦੀ ਮੈਜੋਰਿਟੀ ਹੈਗੀ ਹੈ they have around let's say 300 MPs or 350 plus MPs let's say ਪਰ ਰਾਜ ਸਭਾ ਦੇ ਵਿੱਚ ਮੈਜੋਰਿਟੀ ਨਹੀਂ ਹੈਗੀ ਹੁਣ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ ਐਕਟ ਬਣਨ ਵਾਸਤੇ ਦੋਹਾਂ ਹਾਊਸਸ ਦੀ ਪੂਰੇ ਨੋਡ ਚਾਹੀਦੀ ਹੋਏਗੀ ਜੇ ਦੂਜਾ ਹਾਊਸ ਡਿਸਐਗਰੀ ਕਰ ਰਿਹਾ ਤਾਂ ਫਿਰ ਉਹ
ਬਿੱਲ ਹੀ ਰਹੂਗਾ, ਉਹ ਐਕਟ ਨਹੀਂ ਬਣ ਸਕਦਾ। ਹੁਣ ਤੁਸੀਂ ਦੇਖੋ ਜੇ ਜੁਆਇੰਟ ਸਿਟਿੰਗ ਹੋ ਜੇ, ਜੇ ਜੁਆਇੰਟ ਸਿਟਿੰਗ ਹੋ ਜੇ ਤਾਂ ਐਡਵਾਂਟੇਜ ਕਿਹਦੇ ਕੋਲ ਹੋਊਗਾ? ਐਡਵਾਂਟੇਜ ਕਲੀਅਰਲੀ ਉਹਦੇ ਕੋਲ ਹੋਊਗਾ ਜਿਹਦੇ ਜ਼ਿਆਦਾ ਨੰਬਰ ਹੈ, ਲੋਕ ਸਭਾ ਕੋਲ ਐਡਵਾਂਟੇਜ ਹੋਊਗਾ। ਤਾਂ ਜੇ ਐਡਵਾਂਟੇਜ ਲੋਕ ਸਭਾ ਕੋਲ ਹੋ ਗਿਆ ਤਾਂ ਫਿਰ ਰਾਜ ਸਭਾ ਦਾ ਰੋਲ ਮਿਨੀਮਾਈਜ਼ ਹੋ ਜਾਣਾ ਹੈ। ਤਾਂ ਇਸ ਲਈ ਕਨਸਟੀਟਿਊਸ਼ਨ ਅਮੈਂਡਮੈਂਟ ਦੇ ਕੇਸ 'ਚ ਵੀ ਜੁਆਇੰਟ ਸਿਟਿੰਗ ਨਹੀਂ ਹੋ ਸਕਦੀ। ਜੁਆਇੰਟ ਸਿਟਿੰਗ ਆਰਡੀਨਰੀ ਲੈਜਿਸਲੇਸ਼ਨ ਦੇ ਵਿੱਚ ਹੁੰਦੀ ਹੈ। ਓਨਲੀ वन इज द राइट आंसर, नॉट 1 एंड 3। थर्ड स्टेटमेंट भी इनकरेक्ट है जी, पहली स्टेटमेंट जी करेक्ट है, तो ए इज द राइट आंसर। नेक्स्ट, a bill pending in Lok Sabha lapses on its prorogation. Second, a bill pending in Rajya Sabha which has not been passed by Lok Sabha shall not lapse on the dissolution of Lok Sabha। ਹੁਣ ਇਹ ਵੀ ਅਕਸਰ ਕੁਐਸਚਨ ਪੁੱਛੇ ਜਾਂਦੇ ਆ ਕਿ ਕਿਹੜਾ ਬਿੱਲ ਕਦੋਂ ਲੈਪਸ ਹੁੰਦਾ ਹੈ। ਪਹਿਲੀ ਸਟੇਟਮੈਂਟ ਨੂੰ ਦੁਬਾਰਾ ਪੜੋ, ਅ ਬਿੱਲ ਪੈਂਡਿੰਗ ਇਨ ਲੋਕ ਸਭਾ ਲੈਪਸਿਸ ਔਨ ਇਟਸ ਪ੍ਰੋਰੋਗੇਸ਼ਨ। ਤਿੰਨ ਕਨਸੈਪਟ ਹੁੰਦੇ ਆ, ਐਡਜੌਰਨਮੈਂਟ ਦਾ, ਪ੍ਰੋਰੋਗੇਸ਼ਨ ਦਾ ਤੇ ਡਿਸੋਲੂਸ਼ਨ ਦਾ। ਐਡਜੌਰਨਮੈਂਟ ਹੁੰਦਾ ਹੈ ਕਿ ਸਪੀਕਰ ਨੇ ਕਹਿਤਾ ਜੀ ਬਿਜ਼ਨਸ ਖਤਮ ਹੋ ਗਿਆ, ਜੋ ਆਪਾਂ ਇਸ ਸੈਸ਼ਨ 'ਚ ਅਚੀਵ ਕਰਨਾ ਸੀ ਉਹ ਆਪਾਂ ਕਰ ਲਿਆ, ਹੁਣ ਆਪਾਂ ਐਡਜੌਰਨਮੈਂਟ ਲਈ ਅੱਗੇ ਜਾ ਸਕਦੇ। ਪ੍ਰੋਰੋਗੇਸ਼ਨ ਹੁੰਦਾ ਹੈ ਕਿ ਹੁਣ ਇਹ ਸੈਸ਼ਨ ਟਰਮੀਨੇਟ ਕਰਤਾ, ਫਿਰ ਅਗਲਾ ਆ ਗਿਆ ਡਿਸੋਲੂਸ਼ਨ। ਡਿਸੋਲੂਸ਼ਨ ਮਤਲਬ ਲੋਕ ਸਭਾ ਨੂੰ ਐਂਡ ਕਰਤਾ। ਅ ਬਿੱਲ ਪੈਂਡਿੰਗ ਇਨ ਲੋਕ ਸਭਾ ਲੈਪਸਿਸ ਔਨ ਇਟਸ ਪ੍ਰੋਰੋਗੇਸ਼ਨ। ਮੰਨ ਲਓ ਹੁਣ ਗੱਲ ਕਰੀਏ ਆਪਾਂ, ਮੌਨਸੂਨ ਸੈਸ਼ਨ ਸ਼ੁਰੂ ਹੋਊਗਾ, ਮੌਨਸੂਨ ਸੈਸ਼ਨ ਦੇ ਵਿੱਚ ਸਰਕਾਰ ਕੋਈ ਬਿੱਲ ਲੈ ਕੇ ਆਉਣਾ ਚਾਹੀ ਸੀਗੀ, ਉਹ ਮੌਨਸੂਨ ਸੈਸ਼ਨ ਐਂਡ ਹੋ ਗਿਆ ਤਾਂ ਉਹ ਪ੍ਰੋਰੋਗੇਸ਼ਨ ਹੈ। ਐਡਜੌਰਨਮੈਂਟ ਕੌਣ ਕਰਦਾ ਹੈ? ਉਹ ਕਰਦਾ ਹੈ ਸਪੀਕਰ। ਪ੍ਰੋਰੋਗੇਸ਼ਨ ਸਮਨਿੰਗ ਦੀ ਗੱਲ ਕਰੀਏ, ਉਹ ਕੌਣ ਕਰਦਾ ਹੈ? ਉਰੇ ਪ੍ਰੈਜ਼ੀਡੈਂਟ ਕਰਨ ਵਾਲਾ। ਸੋ ਪ੍ਰੋਰੋਗੇਸ਼ਨ ਮਤਲਬ ਉਹ ਸੈਸ਼ਨ ਐਂਡ ਹੁੰਦਾ ਹੈ, ਪ੍ਰੋਪਰ ਪੂਰਾ ਐਂਡ ਹੋ ਰਿਹਾ। ਤਾਂ ਜੇ ਲੈਟਸ ਸੇ ਆਪਾਂ ਗੱਲ ਕਰੀਏ ਮੌਨਸੂਨ ਸੱਤਰ ਦੀ ਗੱਲ ਕਰੀਏ, ਮੌਨਸੂਨ ਸੈਸ਼ਨ ਦੀ ਗੱਲ ਕਰੀਏ, ਮੌਨਸੂਨ ਸੈਸ਼ਨ ਐਂਡ ਹੋ ਗਿਆ ਤਾਂ ਉਸ ਤੋਂ ਮਗਰੋਂ ਨੈਕਸਟ ਸੈਸ਼ਨ ਆਊਗਾ ਵਿੰਟਰ ਸੈਸ਼ਨ ਜਿਹੜਾ, ਤਾਂ ਉਹਦੇ ਵਿੱਚ ਉਹ ਬਿੱਲ ਦੁਬਾਰਾ ਆ ਸਕਦਾ। ਅ ਬਿੱਲ ਪੈਂਡਿੰਗ ਲੋਕ ਸਭਾ ਡਸ ਨਾਟ ਲੈਪਸ ਔਨ ਦ ਪ੍ਰੋਰੋਗੇਸ਼ਨ। ਡਿਸੋਲੂਸ਼ਨ ਹੋ ਗਿਆ ਫੇਰ ਹੋ ਜੂਗਾ, ਰਾਈਟ। ਤਾਂ ਪਹਿਲੀ ਸਟੇਟਮੈਂਟ ਜਿਹੜੀ ਹੈਗੀ ਦਿਸ ਇਜ਼ ਇਨਕਰੈਕਟ। ਫਿਰ ਗੱਲ ਕਰਦੇ ਹਾਂ, ਅ ਬਿੱਲ ਪੈਂਡਿੰਗ ਇਨ ਰਾਜ ਸਭਾ ਵਿਚ ਹੈਜ਼ ਨਾਟ ਬੀਨ ਪਾਸਡ ਬਾਈ ਲੋਕ ਸਭਾ। ਜੇ ਬਿੱਲ ਕੋਈ ਹੈਗਾ ਰਾਜ ਸਭਾ ਦੇ ਵਿੱਚ ਪਰ ਉਹ ਲੋਕ ਸਭਾ ਦੇ ਵਿੱਚ ਹਲੇ ਪਾਸ ਹੀ ਨਹੀਂ ਹੋਇਆ ਹੈਗਾ, ਜੇ ਪਾਸ ਹੀ ਨਹੀਂ ਹੋਇਆ then it shall not lapse on the dissolution of the Lok Sabha। this is correct ਕਿਉਂਕਿ ਉਹ ਬਿੱਲ ਲੋਕ ਸਭਾ ਨੇ ਪਾਸ ਕੀਤਾ ਹੀ ਨਹੀਂ। ਨਵੀਂ ਲੋਕ ਸਭਾ ਕੋਲ ਆਊਗਾ, ਮੌਕਾ ਆਊਗਾ, ਉਹ ਦੁਬਾਰਾ ਉਸ ਬਿੱਲ ਤੇ ਗੌਰ ਕਰ ਸਕਦੇ ਹੈ, ਉਹਨੂੰ ਉੱਤੇ ਨਜ਼ਰ ਕਰ ਸਕਦੇ, ਮਾਰ ਸਕਦੇ ਹੈ, ਤੇ ਜੋ ਉਹਨੂੰ ਲੱਗਦਾ ਹੈ ਕਿ ਉਸ ਟਾਈਮ ਦੀ ਲੋਕ ਸਭਾ ਨੂੰ ਉਹ ਪਾਸ ਕਰ ਸਕਦੇ ਹੈ ਤੇ ਉਹਨੂੰ ਰਿਜੈਕਟ ਵੀ ਕਰ ਸਕਦੇ। ਤਾਂ ਉਰੇ ਤਾਂ ਕਿਉਂਕਿ ਲੋਕ ਸਭਾ ਦੇ ਵਿੱਚ ਪਾਸ ਹੀ ਨਹੀਂ ਹੋਇਆ ਤਾਂ ਇਸ ਲਈ ਉਹਦਾ ਲੈਪਸ ਹੋਣ ਦਾ ਵੀ ਸਵਾਲ ਨਹੀਂ ਉੱਠਦਾ। ਤਾਂ ਸਟੇਟਮੈਂਟ 2 ਜਿਹੜੀ ਹੈਗੀ ਉਹ ਕਰੈਕਟ ਹੈ, ਸਟੇਟਮੈਂਟ 1 ਜਿਹੜੀ ਹੈਗੀ ਉਹ ਇਨਕਰੈਕਟ ਹੈ। ਤੋ 2 ਓਨਲੀ ਇਜ਼ ਦ ਰਾਈਟ ਆਂਸਰ। ਉਸ ਤੋਂ ਮਗਰੋਂ ਜੀ, which of the following articles of the Indian Constitution is related to contingency fund of India। ਆਰਟੀਕਲ 265 ਇੰਪੋਰਟੈਂਟ ਹੈ, ਆਰਟੀਕਲ 266 ਇੰਪੋਰਟੈਂਟ ਹੈ ਤੇ ਆਰਟੀਕਲ 267 ਇੰਪੋਰਟੈਂਟ ਹੈ। ਤਿੰਨ ਇੰਪੋਰਟੈਂਟ ਆਰਟੀਕਲ ਹੈ, ਯਾਦ ਰੱਖੋ। ਆਰਟੀਕਲ 265 ਕੀ ਕਹਿੰਦਾ ਹੈ? ਆਰਟੀਕਲ 265 ਕਹਿੰਦਾ ਦੋਸਤੋ ਕਿ ਐਗਜ਼ੀਕਿਊਟਿਵ ਦੀ ਮਨਮਰਜ਼ੀ ਨਹੀਂ ਚੱਲਣੀ ਹੈਗੀ। ਜੇ ਲਾਅ ਚਾਹੀਦਾ ਹੈ ਤਾਂ ਜੇ ਟੈਕਸ ਲਗਾਣਾ ਕਿਸੇ ਤੇ ਟੈਕਸ ਲਗਾਣਾ ਤਾਂ ਉਹਦੇ ਲਈ ਲਾਅ ਚਾਹੀਦਾ ਹੈ, ਬਗੈਰ ਲਾਅ ਤੋਂ ਟੈਕਸ ਨਹੀਂ ਲੱਗ ਸਕਦਾ। ਐਗਜ਼ੀਕਿਊਟਿਵ ਦੀ ਮਨਮਰਜ਼ੀ ਨਾਲ ਟੈਕਸ ਨਹੀਂ ਲੱਗ ਸਕਦਾ। ਫਿਰ ਗੱਲ ਕਰਦੇ ਹਾਂ ਆਪਾਂ ਆਰਟੀਕਲ 266 ਦੀ। ਆਰਟੀਕਲ 266 ਜਿਹੜਾ ਹੈਗਾ ਇਹ ਗੱਲ ਕਰਦਾ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ ਦੀ ਤੇ ਪਬਲਿਕ ਅਕਾਊਂਟ ਦੀ ਗੱਲ ਕਰਦਾ ਹੈ। ਆਰਟੀਕਲ 267 ਜਿਹੜਾ ਹੈਗਾ ਇਹ ਗੱਲ ਕਰਦਾ ਦੋਸਤੋ ਕੰਟੀਨਜੈਂਸੀ ਫੰਡ। ਨਾਰਮਲ ਜਿਹੜਾ ਤੁਹਾਡਾ ਬਜਟ ਤੁਸੀਂ ਦੇਖਦੇ ਹੋ ਤਾਂ ਕੰਸੋਲੀਡੇਟਡ ਫੰਡ ਆਫ ਇੰਡੀਆ ਨਾਲ ਲਿੰਕ ਹੁੰਦਾ ਹੈ। ਫਿਰ ਕੋਈ ਫਾਈਨ ਹੋ ਗਿਆ, ਕੋਈ ਪੈਨਲਟੀ ਹੋ ਗਿਆ, ਰਾਈਟ, ਉਹਦੇ ਜਿਹੜਾ ਰੈਵਨਿਊ ਹੈਗਾ, ਰਿਸੀਟ ਹੈ, ਐਕਸਪੈਂਡੀਚਰ ਹੈ, ਜੋ ਵੀ ਹੈ ਉਹ ਪਬਲਿਕ ਅਕਾਊਂਟ ਆਫ ਇੰਡੀਆ ਨਾਲ ਲਿੰਕ ਕਰ। ਕੰਟੀਨਜੈਂਸੀ ਮਤਲਬ ਐਮਰਜੈਂਸੀ ਫੰਡ ਦੀ ਉਰੇ ਗੱਲ ਹੋ ਰਹੀ ਹੈ, ਉਹ ਆਰਟੀਕਲ 267 ਦੇ ਅੰਡਰ ਕਵਰ ਹੋ ਜਾਂਦਾ ਹੈ। ਤਾਂ C happens to be the right answer in this case। ਨੈਕਸਟ ਹੈ ਜੀ
ਮਨੀ ਬਿੱਲ ਡਿਫਾਈਨ ਹੈ ਕਿ ਨਹੀਂ ਹੈ, ਪੀਸੀਐਸ ਦੇ ਵਿੱਚ ਸਵਾਲ ਪੁੱਛਿਆ ਗਿਆ ਸੀਗਾ। ਇਸ ਵਾਰ ਦੇ ਪੀਸੀਐਸ ਦੇ ਵਿੱਚ ਇਹ ਸਟੇਟਮੈਂਟ ਪੁੱਛੀ ਗਈ ਸੀ ਕਿ ਮਨੀ ਬਿੱਲ ਇਜ਼ ਡਿਫਾਈਨਡ ਅੰਡਰ ਦ ਕਨਸਟੀਟਿਊਸ਼ਨ। ਦ ਆਂਸਰ ਇਜ਼ ਯੈਸ। 102 ਦੇ ਅੰਦਰ ਡਾਇਰੈਕਟਲੀ ਲਿਖਿਆ ਗਿਆ ਡੈਫੀਨੇਸ਼ਨ ਆਫ ਮਨੀ ਬਿੱਲ। ਡੈਫੀਨੇਸ਼ਨ ਆਫ ਆਰਟੀਕਲ 110 ਇਸ ਦੀ ਗੱਲ ਕਰਦਾ ਹੈ, ਤੇ ਉਸ ਤੋਂ ਬਾਅਦ ਉਹਦਾ ਇਲੈਬੋਰੇਟਡ ਵਰਜ਼ਨ, ਮਤਲਬ ਬੇਸਿਕਲੀ ਤੁਸੀਂ ਗੱਲ ਕਰੋ, ਇੱਕ ਹੁੰਦਾ ਮਨੀ ਬਿੱਲ ਤੇ ਦੂਜਾ ਫਾਈਨਾਂਸ ਬਿੱਲ। ਫਾਈਨਾਂਸ ਬਿੱਲ ਜਿਹੜਾ ਹੈਗਾ ਉਹਦੇ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਆਰਟੀਕਲ 117 ਦੀ ਗੱਲ ਕਰਦੇ ਹਾਂ। ਫਾਈਨਾਂਸ ਬਿੱਲ ਦੇ ਵਿੱਚ ਮਨੀ ਬਿੱਲ ਦੇ ਇਲਾਵਾ ਜਿਹੜੀ ਚੀਜ਼ਾਂ ਹੈਗੀਆਂ ਉਹ ਵੀ ਆ ਜਾਂਦੀਆਂ, ਕੋਈ ਐਡਮਿਨਿਸਟ੍ਰੇਟਿਵ ਮੈਟਰ ਹੋ ਗਿਆ ਉਹ ਵੀ ਆ ਜਾਂਦਾ, ਤਾਂ ਦੋਹਾਂ ਦਾ ਨੇਚਰ ਅਲੱਗ-ਅਲੱਗ ਹੋ ਜਾਂਦਾ ਹੈ। ਮਨੀ ਬਿੱਲ ਸਟ੍ਰਿਕਟਲੀ ਸਪੀਕਿੰਗ ਜਿਹੜਾ ਹੈਗਾ ਲੋਕ ਸਭਾ ਦੀ ਜਿਹੜੀ ਜੁਰਿਸਡਿਕਸ਼ਨ ਉਹਦੇ ਵਿੱਚ ਆਉਂਦਾ ਹੈ, ਲੋਕ ਸਭਾ ਦਾ ਹੀ ਰੋਲ ਹੁੰਦਾ ਉਹਦੇ ਵਿੱਚ, ਰਾਜ ਸਭਾ ਦਾ ਰੋਲ ਬਹੁਤ ਘੱਟ ਹੁੰਦਾ ਹੈ। ਰਾਜ ਸਭਾ ਤਾਂ ਬਸ ਰეკਮੈਂਡੇਟਰੀ ਨੇਚਰ ਦੇ ਵਿੱਚ ਆ ਜਾਂਦੀ ਹੈ। ਪਰ ਆਰਟੀਕਲ 117 ਦੀ ਗੱਲ ਕਰਾਂਗੇ ਫਾਈਨਾਂਸ ਬਿੱਲ ਦੀ, ਆਰਟੀਕਲ 117 ਕਲੌਜ਼ 1 117 ਕਲੌਜ਼ 3 ਦੀ ਗੱਲ ਕਰਾਂ ਤਾਂ ਮੈਂ ਫਾਈਨਾਂਸ ਬਿੱਲ ਦੀ ਗੱਲ ਕਰਦਾ, ਪੂਰੇ ਰਾਜ ਸਭਾ ਦਾ ਜਿਹੜਾ ਰੋਲ ਹੈ ਥੋੜਾ ਐਨਲਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ ਫਾਈਨਾਂਸ ਬਿੱਲ ਦੇ ਕੇਸ 'ਚ, ਬਟ ਨਾਟ ਇਨ ਦ ਕੇਸ ਆਫ ਮਨੀ ਬਿੱਲ। ਸੋ ਮਨੀ ਬਿੱਲ ਦੇ ਕੇਸ 'ਚ ਡਿਫਾਈਨ ਕਿੱਥੇ ਹੋਇਆ ਜੀ, ਆਰਟੀਕਲ 110 ਦੇ ਵਿੱਚ ਡਿਫਾਈਨ ਹੋਇਆ ਹੋਇਆ, ਯਾਦ ਰੱਖੋ। ਨੈਕਸਟ ਹੈ ਜੀ, which one of the following subjects is not included in the provisions of the money bill? Money bill ਵਿੱਚ ਕੀ included ਨਹੀਂ ਹੈਗਾ? Provision regarding taxes, yes included है। Regarding borrowing, ये भी included है जी। फिर consolidated provisions regarding the custody of consolidated the contingency fund, ਇਹ ਵੀ included है। ਕੀ included ਨਹੀਂ ਹੈ ਇਹਦੇ ਵਿੱਚ? Provision for imposition of fines and penalties, this is not included in the money bill। Next, who among the following decides whether a particular bill is money bill or not? ਕੌਣ ਡਿਸਾਈਡ ਕਰਦਾ ਹੈ, ਕੌਣ ਸਾਈਨ ਕਰਦਾ ਵੀ ਇਹ ਬਿੱਲ ਹੈਗਾ ਜਿਹੜਾ ਮਨੀ ਬਿੱਲ ਹੈ, ਕੌਣ ਨਹੀਂ ਹੈਗਾ? ਇਹ ਕਰਦੇ ਆ ਸਪੀਕਰ ਸਾਹਿਬ। Speaker of Lok Sabha decides whether a particular bill is money bill or not। Of course, money bill is introduced on the recommendations of president, पर डिसाइड कौन करता है, साइन कौन करता है कि मैं सर्टिफाई करता कि ये बिल मनी बिल है? स्पीकर ऑफ लोक सभा डिसाइड करता है। उस तो बाद की गल करिए ਆਪਾਂ। नेक्स्ट, which of the following articles of the Indian Constitution deal with the annual financial statement? Annual financial statement मतलब बजट की गल हो रही है, आर्टिकल 112 ਇਹਨੂੰ ਵੀ याद रखो। अगला सवाल, प्रायर सैंक्शन, प्रायर सैंक्शन प्रेसिडेंट की पहला परमिशन चाहिए है to is required before introducing a bill in the parliament on which of the following? जे नवी स्टेट बनानी है, फिर सेकंड पॉइंट affecting the taxation in which states are interested, then altering the boundaries of the state, and then considering the the then money bill। So in this case the right answer is all of the above। क्यों? क्योंकि ਆਪਾਂ ਪਹਿਲਾਂ ਵੀ ਕਵਰ ਕੀਤਾ ਆਪਣੀ ਪਹਿਲੀ ਕਲਾਸ, ਦੇਖੋ ਜਦੋਂ ਆਪਾਂ ਫਾਰਮੇਸ਼ਨ ਆਫ ਨਿਊ ਸਟੇਟ ਦੀ ਗੱਲ ਕਰਦੇ ਹਾਂ, ਆਰਟੀਕਲ 3 ਦੀ ਗੱਲ ਕਰਦੇ ਹਾਂ ਆਪਾਂ, ਉਹ ਦੇਖਦੇ ਹਾਂ ਕਿ ਆਰਟੀਕਲ 3 ਦੀ ਗੱਲ ਕਰ ਰਹੇ ਹਾਂ, 2 ਦੀ ਗੱਲ ਕਰ ਰਹੇ ਹਾਂ, ਉਦੋਂ ਪ੍ਰਾਇਰ ਪ੍ਰੈਜ਼ੀਡੈਂਟ ਦੀ ਪਰਮਿਸ਼ਨ ਆਪਾਂ ਨੂੰ ਚਾਹੀਦੀ ਹੁੰਦੀ ਹੈ। ਫਿਰ ਨਵਾਂ ਟੈਕਸ ਤੁਸੀਂ ਇੰਟਰੋਡਿਊਸ ਕਰਨਾ ਜਿਹਦੇ ਵਿੱਚ ਸਟੇਟ ਦਾ ਜਿਹੜਾ ਸ਼ੇਅਰ ਹੈ ਉਹਦੇ ਵਿੱਚ ਕੁਝ ਨਾ ਕੁਝ ਫੇਰ ਬਦਲ ਹੋ ਸਕਦਾ ਹੈ, ਅਗੇਨ ਯੂ ਨੀਡ ਪ੍ਰਾਇਰ ਸੈਂਕਸ਼ਨ ਆਫ ਪ੍ਰੈਜ਼ੀਡੈਂਟ। ਜੇ ਸਟੇਟ ਦੀ ਬਾਉਂਡਰੀ ਤੁਸੀਂ ਚੇਂਜ ਕਰਨੀ ਹੈ, ਅਗੇਨ ਪ੍ਰੈਜ਼ੀਡੈਂਟ ਦੀ ਸੈਂਕਸ਼ਨ ਚਾਹੀਦੀ ਹੁੰਦੀ ਹੈ। ਮਨੀ ਬਿੱਲ ਤੁਸੀਂ ਇੰਟਰੋਡਿਊਸ ਕਰਨਾ ਹੈ, ਅਗੇਨ ਪ੍ਰੈਜ਼ੀਡੈਂਟ ਦੀ ਸੈਂਕਸ਼ਨ ਚਾਹੀਦੀ ਹੁੰਦੀ ਹੈ, ਬਗੈਰ ਉਸ ਤੋਂ ਨਹੀਂ ਕਰ ਸਕਦੇ। ਤੇ ਡੀ ਆਲ ਆਫ ਦੀ ਅਬਵ ਇਜ਼ ਦੀ ਰਾਈਟ ਆਂਸਰ। नेक्स्ट, which one of the following is the largest committee of the parliament? ਕਿਹੜੀ ਕਮੇਟੀ ਲਾਰਜੈਸਟ ਹੈ ਜੀ? ਤਿੰਨ ਫਾਈਨੈਂਸ਼ੀਅਲ ਕਮੇਟੀਜ਼ ਨੇ ਆਪਣੇ ਕੋਲ ਜਿਹੜੇ ਇੰਪੋਰਟੈਂਟ ਨੇ, ਪਬਲਿਕ ਅਕਾਊਂਟ ਕਮੇਟੀ, ਦੈਨ ਪਬਲਿਕ ਅੰਡਰਟੇਕਿੰਗ ਕਮੇਟੀ, ਐਂਡ ਦੈਨ ਕਮੇਟੀ ਔਨ ਐਸਟੀਮੇਟਸ। ਕਮੇਟੀ ਔਨ ਐਸਟੀਮੇਟਸ ਦੀ ਗੱਲ ਕਰੀਏ ਤਾਂ ਪੂਰੇ 30 ਮੈਂਬਰ ਦੀ ਬੋਡੀ ਹੈ ਇਹ, ਜੋ ਕਿ ਆਪਾਂ ਦੇਖਦੇ ਹਾਂ, ਤੇ ਦੇ ਆਰ ਐਕਸਕਲੂਸਿਵਲੀ ਡਰਾਨ ਫਰੋਮ ਲੋਕ ਸਭਾ। Committee on Public Account की गल करें 22 members, then undertaking again 22 members। So in this case Committee on Estimates ਜਿਹੜਾ ਹੈਗਾ 30 member ਦੀ body ਹੈ ਜੀ। So this is the right answer।
Next, Adi, I believe this is the last question. With reference to the Parliament of India, which of the following parliamentary committees scrutinizes and reports to the House whether power to make regulations, rules, sub rules, bylaws, etc., conferred by the Constitution or delegated by the Parliament are being properly exercised by the executive within the scope of such delegation. एग्जीक्यूटिव के अपने आप तक तो कुछ नहीं कर रहा है, जो भी एग्जीक्यूटिव कोई रूल बना रहा है, कोई बाय लॉ बना रहा है, ਉਹ ਲੈਜਿਸਲੇਸ਼ਨ ਦੇ ਥਰੂ ਸੈਂਕਸ਼ਨਡ ਹੈ ਕਿ ਨਹੀਂ, ਇਹਨੂੰ ਕੌਣ ਦੇਖਦਾ ਹੈ? ਇਹਨੂੰ ਇੱਕ ਕਮੇਟੀ ਦੇਖਦੀ ਹੈ। ਕਮੇਟੀ ਦਾ ਨਾਂ ਕੀ ਹੈ? ਕਮੇਟੀ ਔਨ ਸਬਆਰਡੀਨੇਟ ਲੈਜਿਸਲੇਸ਼ਨ। ਹੁੰਦਾ ਕੀ ਹੈ ਦੋਸਤੋ, ਕੌਨਸਟੀਟਿਊਸ਼ਨ ਨੇ ਇੱਕ ਫਰੇਮਵਰਕ ਬਣਾਤਾ, ਉਸ ਫਰੇਮਵਰਕ ਦੇ ਤਹਿਤ ਆਪਾਂ ਲਾਅ ਬਣਾਉਂਦੇ ਆ, ਜੋ ਕਿ ਕੌਣ ਬਣਾਉਂਦਾ? ਲੈਜਿਸਲੇਟਿਵ ਵਿੰਗ। ਔਰ ਲਾਅ ਦੇ ਅੰਦਰ ਹੁਣ ਲਾਅ ਵੀ ਆਪਣੇ ਆਪ ਵਿੱਚ ਪੂਰਾ ਨਹੀਂ ਹੈਗਾ, उस लॉ ਨੂੰ ਇੰਪਲੀਮੈਂਟ ਕਰਨ ਲਈ ਰੂਲਸ ਬਣਾਏ ਜਾਂਦੇ हैं, ਬਾਇਲਾਅਸ ਬਣਾਏ ਜਾਂਦੇ हैं। ਹੁਣ ਉਹ ਰੂਲਸ ਹੈਗੇ, ਪ੍ਰੋਸੀਜਰ ਦੀ ਗੱਲ ਕਰੀ, ਉਹ ਕੌਣ ਬਣਾ ਰਿਹਾ? ਉਹ ਬਣਾ ਰਿਹਾ ਐਗਜ਼ੀਕਿਊਟਿਵ। ਉਹ ਐਗਜ਼ੀਕਿਊਟਿਵ ਦੇ ਜਿਹੜੇ ਰੂਲਸ ਬਣਾਏ ਜਾ ਰਹੇ हैं ਕਿ ਉਹ ਬਿਲਕੁਲ ਇਨ ਸਿੰਕ ਵਿਦ ਦੀ ਲੈਟਰ ਐਂਡ ਸਪਿਰਿਟ ਆਫ ਲਾਅ ਹੈ ਜਾਂ ਨਹੀਂ ਹੈ, ਇਹ ਤੇ ਐਗਜ਼ਾਮੀਨੇਸ਼ਨ ਕੌਣ ਕਰਦਾ ਹੈ? ਇਹਦੀ ਐਗਜ਼ਾਮੀਨੇਸ਼ਨ ਕਰਦਾ ਹੈ ਕਮੇਟੀ ਔਨ ਸਬਆਰਡੀਨੇਟ ਲੈਜਿਸਲੇਸ਼ਨ। ਸੋ B ਇਜ਼ ਦੀ ਰਾਈਟ ਆਂਸਰ। ਤਾਂ ਮੈਂ ਉਮੀਦ ਕਰਦਾ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ, ਤੇ ਅੱਜ ਦੀ ਵੀਡੀਓ ਵਿੱਚ ਆਪਾਂ ਸਾਰਾ ਪਾਰਲੀਮੈਂਟ ਦਾ ਸੈਕਸ਼ਨ ਕਵਰ ਕਰ ਦਿੱਤਾ ਹੈ। ਜੋ ਇੰਪੋਰਟੈਂਟ ਥੀਮਸ ਬਣ ਸਕਦੀ ਸੀ, ਜੋ ਇੰਪੋਰਟੈਂਟ ਕੁਐਸਚਨਸ ਬਣ ਸਕਦੇ ਸੀ, ਆਪਾਂ ਸਾਰੇ ਕਵਰ ਕਰ ਦਿੱਤੇ हैं। ਇਸ ਤੋਂ ਬਾਅਦ ਆਪਾਂ ਕੱਲ ਦੀ ਵੀਡੀਓ ਵਿੱਚ ਆਪਾਂ ਜੁਡੀਸ਼ਰੀ ਤੋਂ ਨੈਕਸਟ ਕੰਟੀਨਿਊ ਕਰਨ ਵਾਲੇ ਹਾਂ। ਥੈਂਕ ਯੂ ਵੈਰੀ ਮਚ, ਸਟੇ ਪੋਜ਼ਿਟਿਵ, ਆਲ ਦ ਵੈਰੀ ਬੈਸਟ ਫॉर योर एग्जाम।